सत श्री अकाल जी, मैं मनदीप ते तुसीं देख रहे हो जी साडा बेहद खास शो द फोकस शो दा खास प्रोग्राम फोकस ला सो कानून नाल जुड़ियां शो दे विच गल्लां बातां करदे हां। हर वार मेरे नाल मेरा साथ दिंदे ने, तुहाडे सवालां दे जवाब दिंदे ने जी मानयोग सुप्रीम कोर्ट ते मानयोग हाई कोर्ट दे एडवोकेट, बड़े नामी एडवोकेट, सीनियर एडवोकेट जिहड़े हर जिहड़े समाजिक कुरीतियां दे उत्ते अपनी अपनी विचारधारा पेश करदे ने, हर जगह दे उत्ते अपने विचार रखण चों कदे भी पिछे नहीं हटदे। सो मेरे नाल ने जी सुनील मल्लन जी, सो स्वागत कर लेने जी। सत श्री अकाल सुनील। सत श्री अकाल मैम, सत श्री अकाल जी दर्शकों ਨੂੰ सत श्री अकाल जी। की हाल चाल ने? ठीक ठाक जी, ਤੁਸੀਂ ਸੁਣਾਓ? बहुत वधिया। सो सब तो पहला तो ਤੁਹਾਡਾ बहुत बहुत धन्यवाद, ਤੁਸੀਂ ਰੁਝੇਵੇਂ ਚੋਂ ਸਾਨੂੰ ਸਮਾਂ ਦਿੱਤਾ ਤੇ ਸਾਡੇ ਜਿਹੜੇ ਦਰਸ਼ਕ ਨੇ ਲਗਾਤਾਰ ਸਾਡੇ ਨਾਲ ਜੁੜੇ ਰਹਿੰਦੇ ਨੇ, ਇਹਨਾਂ ਦੇ ਮਨ 'ਚ ਬਹੁਤ ਸਾਰੇ ਸਵਾਲ ਹੁੰਦੇ ਨੇ ਵੱਖ-ਵੱਖ ਤਰੀਕੇ ਦੇ। ਸੋ ਖਾਸ ਤੌਰ ਦੇ ਉੱਤੇ NRI ਜਿਹੜੇ ਵੀਰ ਭੈਣ ਭਰਾਵਾ, ਉਹਨਾਂ ਦੇ ਸਵਾਲਾਂ ਦੇ ਉੱਤੇ ਅਸੀਂ ਜਵਾਬ ਲੱਭਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ। ਸੋ ਅਸੀਂ ਪਿਛਲੇ ਵੀ ਕਈ ਐਪੀਸੋਡ ਕੀਤੇ, ਉਸ ਦੌਰਾਨ ਵਿਦਿਆਰਥੀਆਂ ਜਿਹੜੇ ਸੀ, ਸਟੂਡੈਂਟ ਜਿਹੜੇ ਸੀ, ਉਹਨਾਂ ਨੇ ਆਪਣੀ ਕੁਐਰੀ ਸਾਨੂੰ ਪਾਈ। ਇਸ ਟਾਈਮ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਸਵਾਲ ਵਿਦਿਆਰਥੀਆਂ ਦੇ ਮਨ ਦੇ ਵਿੱਚ ਸਟੱਡੀ ਵੀਜ਼ਾ ਨੂੰ ਲੈ ਕੇ ਹੈਗਾ। ਸੋ ਅੱਜ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸਦੇ ਵੀ ਚਰਚਾ ਦਾ ਸਾਡਾ ਵਿਸ਼ਾ ਰਹੇਗਾ ਉਹ ਸਟੱਡੀ ਵੀਜ਼ਾ ਰਹੇਗਾ, ਔਰ ਸਟੱਡੀ ਵੀਜ਼ਾ ਇਨ USA ਯਾਨੀ ਕਿ ਅਮਰੀਕਾ ਰਹੇਗਾ। ਸੋ ਅਮਰੀਕਾ ਦੀ ਗੱਲਬਾਤ ਜ਼ਰੂਰ ਕਰਾਂਗੇ। ਸਟੱਡੀ ਵੀਜ਼ਾ ਦੀ ਗੱਲਬਾਤ ਇਸ ਕਰਕੇ ਕਰਨੀ ਹੈ ਕਿਉਂਕਿ ਜਿਹੜਾ ਜੋ ਵੀ ਸਰਕਮਸਟਾਂਸ ਮੁਲਕ ਦੇ ਵਿੱਚ ਚੱਲਦੇ ਪਏ ਨੇ, ਉੱਥੇ ਦੀ ਫੈਸਿਲਿਟੀਜ਼ ਨੂੰ ਦੇਖ ਕੇ ਵਿਦਿਆਰਥੀ ਉਧਰ ਵੱਲ ਨੂੰ ਰੁਝਾਨ ਕਰਦਾ ਪਿਆ, ਜਾਣਾ ਪਸੰਦ ਕਰ ਰਿਹਾ। ਸੋ ਇਸ ਵੇਲੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਇਸ ਵੇਲੇ ਸਟੱਡੀ ਵੀਜ਼ਾ ਜਿਹੜਾ ਵਿਦਆਊਟ IELTS, ਵਿਦਆਊਟ ਆਇਲਸ ਤੁਸੀਂ ਅਮਰੀਕਾ ਦੇ ਵਿੱਚ ਯਾਨੀ ਕਿ US ਦੇ ਵਿੱਚ ਤੁਸੀਂ ਸਟੱਡੀ ਵੀਜ਼ਾ ਲਈ ਜਾ ਸਕਦੇ ਹੋ। ਸੋ ਕੀ ਮੰਨਦੇ ਹੋ ਸੁਨੀਲ ਸਰ ਵੀ ਇਹ ਸਿਰਫ ਲੋਕਾਂ ਦੇ ਮਨ 'ਚ ਵਹਿਮ ਪਾਇਆ ਜਾ ਰਿਹਾ ਵੀ ਤੁਸੀਂ ਜਾ ਸਕਦੇ ਹੋ, ਜਾਂ ਫਿਰ ਦਿਮਾਗ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਆਊਗਾ ਵਿਦਿਆਰਥੀ, 2 ਪੈਸੇ ਦੇ ਕੇ ਜਾਊਗਾ, ਇਮੀਗ੍ਰੇਸ਼ਨ ਵਾਲੇ ਆਪਣੀਆਂ ਜੇਬਾਂ ਭਾਰੀਆਂ ਕਰਨਗੇ। ਕੀ ਮੰਨਦੇ ਹੋ, ਇਹਦਾ ਕੀ ਅਸਲ ਪੱਖ ਕਿਸ ਤਰੀਕੇ ਨਾਲ ਰੱਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹੋ ਕਹਿਣਾ ਚਾਹੁੰਦਾ ਕਿ ਜਿੰਨਾ ਵੀ ਸਾਡਾ ਵਿਦਿਆਰਥੀ ਹੈ, ਯੰਗ ਤਬਕਾ ਹੈ, ਉਹ ਬਾਏ ਹੁੱਕ ਔਰ ਬਾਏ ਕਰੁਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਮਤਲਬ ਕਿਤੇ ਵੀ ਜਾਣ ਨੂੰ ਪਾਗਲ ਹੈ। ਈਵਨ ਜਿਨ੍ਹਾਂ ਦੀ ਐਲੀਜੀਬਿਲਟੀ ਘੱਟ ਹੈ ਉਹ ਕਹਿੰਦੇ ਸਾਨੂੰ ਸਿੰਗਾਪੁਰ ਭੇਜ ਦਿਓ, ਇੰਡੀਆ ਚੋਂ ਬਾਹਰ ਕੱਢੋ। ਉਹ ਫਰਸਟ੍ਰੇਸ਼ਨ ਜਿਹੜੀ ਹੈ ਨਾ, ਕਿਸੇ ਲੈਵਲ ਤੇ ਚੰਗੀ ਵੀ ਹੈ ਕਿ ਚਲੋ ਕੰਟਰੀ ਚੋਂ ਬਾਹਰ ਜਾਵਾਂਗੇ, ਡਾਲਰ ਕਮਾਵਾਂਗੇ, ਇੰਡੀਆ ਰੁਪੀਜ਼ ਖਰਚਾਂਗੇ, ਇੰਡੀਆ ਆ ਕੇ ਉਹਦੀ ਸਾਡੀ ਇਕਨੋਮੀ ਨੂੰ ਕੁਝ ਬੂਸਟ ਦੇ ਸਕਦੇ ਨੇ। ਬਟ ਜਦੋਂ ਉਹ ਵਿਚਾਰੇ ਬਜ਼ੁਰਗ ਮਾਂ-ਬਾਪ ਦੇ ਗਲ 'ਚ ਅੰਗੂਠਾ ਦਿੰਦੇ ਨੇ ਤੇ ਜਿਹੜੀ ਫਾਦਰ ਸਾਹਿਬ ਨੇ ਆਪਣੀ 25 30 40 50 ਸਾਲ ਦੀ ਜ਼ਿੰਦਗੀ 'ਚ ਕਮਾਇਆ ਪੈਸਾ ਇੱਕਦਮ ਕਿਤੇ ਦੇਣਾ ਪੈਂਦਾ ਤੇ ਉਹਨੂੰ ਡਰ ਲੱਗਦਾ ਕਿ ਮੇਰਾ ਬੱਚਾ ਹਲੇ ਅੱਲੜ ਉਮਰ ਦਾ ਹੈ ਤੇ ਜਿਹੜੀ ਮੈਂ ਆਪਣੀ ਸਾਰੀ ਉਮਰ ਲਾ ਕੇ ਪੈਸਾ ਕਮਾਇਆ ਸੀ ਉਹ ਕਿਤੇ ਗਵਾਚ ਨਾ ਜਾਵੇ, ਕਿਤੇ ਬੱਚਾ ਮੇਰਾ ਗਲਤ ਰਸਤੇ ਨਾ ਪੈ ਜਾਏ। ਤੇ ਉਹਨਾਂ ਚੀਜ਼ਾਂ ਦਾ ਫਾਇਦਾ ਸਾਡੇ ਜਿਹੜੇ ਇੰਡੀਆ 'ਚ ਏਜੰਟ ਨੇ ਉਹ ਚੁੱਕਦੇ ਨੇ, ਔਰ ਉਹ ਏਜੰਟ ਅਲਟੀਮੇਟਲੀ ਕੋਈ ਨਾ ਕੋਈ ਫਾਇਦਾ ਚੁੱਕਦੇ ਹੋਇਆ ਕੋਈ ਨਾ ਕੋਈ ਐਸੀ ਗੱਲ ਕਰਦੇ ਆ, ਐਸਾ ਕੋਈ ਜਿਹਨੂੰ ਕਹਾਂਗਾ ਕਿ ਇੱਕ ਸ਼ਕੂਫਾ ਛੱਡਦੇ ਆ ਜਿਹਦੇ ਵਿੱਚ ਕਿ ਕਈ ਨਾ ਕਈ ਬੰਦੇ ਟ੍ਰੈਪ 'ਚ ਆ ਜਾਂਦੇ ਨੇ। ਸੋ ਸੂਚਨਾ, ਮੈਂ ਗੱਲ ਪੂਰੀ ਕਰਾਂਗਾ, ਸੂਚਨਾ ਅੱਧੀ ਛੱਡਦੇ ਨੇ। ਜੇ ਪੂਰੀ ਸੂਚਨਾ ਛੱਡੋ ਤੇ ਕੋਈ ਗਲਤ, ਮਤਲਬ ਕੋਈ ਵੀ ਬੰਦਾ ਗਲਤ ਜਗ੍ਹਾ ਤੇ ਪਲੇਟਫਾਰਮ ਤੇ ਪੈਰ ਰੱਖਣਾ ਨਹੀਂ ਚਾਹੁੰਦਾ। 99% ਮਾਂ ਪਿਓ ਵੀ ਤੇ ਬੱਚੇ ਵੀ ਸਹੀ ਗੱਲ ਹੀ ਕਰਨਾ ਚਾਹੁੰਦੇ ਨੇ। ਬਟ ਜਿਹੜੇ ਏਜੰਟ ਨੇ ਉਹ ਜਦੋਂ ਅੱਧੀ ਗੱਲ ਕਰਦੇ ਨੇ ਤੇ ਬਾਕੀ ਜਿਹੜੇ ਐਲੀਜੀਬਲ ਨਹੀਂ ਹੁੰਦੇ ਉਹਨਾਂ ਦੇ ਵੀ ਦਿਲ 'ਚ ਗੱਲਾਂ ਆ ਜਾਂਦੀਆਂ ਕਿ ਯਾਰ ਬਗੈਰ ਆਇਲਸ ਤੋਂ ਅਮਰੀਕਾ ਚਲੋ ਚੱਲੀਏ। ਮਸ਼ਹੂਰੀਆਂ ਬੜੀਆਂ ਲੱਗੀਆਂ ਨੇ, ਲੱਗੀਆਂ ਜੀ, ਲੱਗੀਆਂ। ਦੈਟ ਇਜ਼ ਵਾਟ ਮੈਂ ਪ੍ਰੋਗਰਾਮ ਕਰਦਾ ਜੀ ਕੀਤਾ ਕਿ ਮੈਂ ਆਪਣੇ ਦਰਸ਼ਕਾਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਉਹਨਾਂ ਦੇ ਮਾਂ-ਬਾਪ ਨੂੰ ਸੱਚਾਈ ਦੱਸ ਸਕਾਂ ਕਿ ਬਿਨਾਂ ਆਇਲਸ ਦਾ ਵੀਜ਼ੇ ਦਾ ਫਾਰਮੂਲਾ ਕੀ ਹੈ, ਪ੍ਰੋਸੈਸ ਕੀ ਹੈ, ਕੌਣ ਐਲੀਜੀਬਲ ਹੈ, ਕਿਸ ਤਰ੍ਹਾਂ ਉਹ ਵੀਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ, ਉਹ ਸਾਰੀਆਂ ਗੱਲਾਂ ਨੂੰ ਆਪਾਂ ਧਿਆਨ 'ਚ ਰੱਖਣਾ ਹੈ ਜੀ। ਸੋ ਸਾਡੇ ਸ਼ੋਅ ਦੇ ਵਿੱਚ ਅਸੀਂ ਚਰਚਾ ਕਰਾਂਗੇ ਜੀ। ਬਾਕੀ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ, ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ ਜਿਹੜਾ ਸਾਡਾ ਕਮੈਂਟ ਸੈਕਸ਼ਨ ਹੈ ਉੱਥੇ ਕਮੈਂਟ ਕਰਕੇ ਵੀ ਆਪਣਾ ਸਵਾਲ ਸਾਡੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ। ਸਵਾਲ ਕਿਸੇ ਵੀ ਫੀਲਡ ਦਾ ਹੋਵੇ, ਕਿਸੇ ਵੀ ਖਿੱਤੇ ਦਾ ਹੋਵੇ, ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਸਵਾਲ, ਲੇਕਿਨ ਜਾਇਜ਼ ਹੋਣਾ ਚਾਹੀਦਾ। ਕਾਨੂੰਨ ਦੀ ਜਾਣਕਾਰੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ, ਹੁਣ ਚੱਕ ਕੇ ਇਹ ਨਾ ਪੁੱਛ ਲੈ ਵੀ ਵਾਲ ਕੱਟ ਕਰਾਉਣੇ ਨੇ ਤਾਂ ਕਟਿੰਗ ਕਿੱਥੋਂ ਕਰਾ ਕੇ ਆਈਏ, ਇਹੋ ਜਿਹੇ ਸਵਾਲ ਦਾ ਕੋਈ ਜਵਾਬ ਨਹੀਂ ਹੈ। ਹਾਂ, ਕਾਨੂੰਨ ਨਾਲ ਜੁੜਿਆ ਕੋਈ ਸਵਾਲ ਤੁਹਾਡੇ ਮਨ 'ਚ ਹੈਗਾ, ਤੁਸੀਂ ਜ਼ਰੂਰ, ਕੋਈ ਡਾਊਟ ਹੈ ਤੁਹਾਡੇ ਦਿਮਾਗ 'ਚ, ਕਿਸੇ ਪਾਲਿਸੀ ਬਾਰੇ ਡਾਊਟ ਹੈ ਤੇ ਤੁਸੀਂ ਉਹਦੇ ਬਾਰੇ ਸਾਡੇ ਕਮੈਂਟ ਸੈਕਸ਼ਨ 'ਚ ਲਿਖੋ, ਅਸੀਂ ਤੁਹਾਨੂੰ ਉਹਦਾ ਜਵਾਬ ਦੇਵਾਂਗੇ। ਅਗਲੇ ਪ੍ਰੋਗਰਾਮ ਸਾਡੇ ਦੇਖਦੇ ਰਹੋ, ਉਹਦੇ ਵਿੱਚ ਅਸੀਂ ਚਰਚਾ ਕਰਦੇ ਰਹਾਂਗੇ। ਬਿਲਕੁਲ। ਇਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਸ਼ੋਅ ਹੋਊਗਾ, ਅਸੀਂ ਟਰੱਕ ਡਰਾਈਵਰਾਂ ਦੇ ਉੱਤੇ ਵੀ ਸ਼ੋਅ ਕਰਾਂਗੇ, ਲੇਕਿਨ ਫਿਲਹਾਲ ਸਾਡਾ ਵਿਦਆਊਟ ਆਇਲਸ ਨੂੰ ਲੈ ਕੇ ਸਵਾਲ ਹੈ। ਸੁਨੀਲ ਸਰ, ਵਿਦਿਆਰਥੀ ਆਪਾਂ ਹੋਰ ਦੱਸ ਦਈਏ ਆਪਣੇ ਦਰਸ਼ਕਾਂ ਨੂੰ, ਟਰੱਕ ਡਰਾਈਵਰਾਂ ਵਾਸਤੇ ਆਏਗਾ, ਨਰਸਿਸ ਕਿਵੇਂ ਬਣਨਾ ਹੈ ਬਾਹਰ ਜਾ ਕੇ, ਇੰਡੀਆ ਤੋਂ ਬਾਹਰ ਕੈਨੇਡਾ, ਅਮਰੀਕਾ, ਮਿਡਲ ਈਸਟ, ਨਿਊਜ਼ੀਲੈਂਡ, ਆਸਟ੍ਰੇਲੀਆ 'ਚ ट्रक ड्राइवर किवें बनना है, फिर नर्स किवें बनना है, वकील किवें बनना है उधर जाके, या कोई भी टैक्नीकल या स्किलफुल जिहड़ी तुहाडी जॉब है वो इंडिया तो पढ़ाई करके किहड़े-किहड़े सर्टिफिकेट
ਕਿਹੜੇ ਫਾਰਮ ਭਰਨੇ ਆ, ਕਿਹੜਾ ਪ੍ਰੋਸੀਜਰ ਪੂਰਾ ਕਰਨਾ ਹੈ ਕਿ ਤੁਸੀਂ ਫੋਰਨ ਕੰਟਰੀ ਜਾ ਕੇ ਉਹ ਚੀਜ਼ ਬਣ ਸਕਦੇ ਹੋ। ਬਿਲਕੁਲ ਠੀਕ ਹੈ ਜੀ, ਬਿਲਕੁਲ। ਸੋ ਅਸੀਂ ਮੈਨੂੰ ਲੱਗਦਾ ਵੀ ਸਾਡੇ ਕੋਲ ਚਰਚਾ ਕਰਨ ਲਈ ਟੌਪਿਕ ਬਹੁਤ ਸਾਰੇ ਨੇ, ਲੇਕਿਨ ਸਮਾਂ ਸਾਡੇ ਕੋਲ ਹਮੇਸ਼ਾ ਘੱਟ ਹੁੰਦਾ ਹੈ। ਇਸ ਸ਼ੋਅ ਦੇ ਵਿੱਚ ਅੱਜ ਅਸੀਂ ਖਾਸ ਤੌਰ ਤੇ ਵਿਦਆਊਟ ਆਇਲਸ ਨੂੰ ਹੀ ਫੋਕਸ ਰੱਖਣ ਦੀ ਕੋਸ਼ਿਸ਼ ਕਰਾਂਗੇ। ਵਿਦਆਊਟ ਆਇਲਸ ਮਤਲਬ ਬੋਰਡ ਦੀਆਂ ਗੱਲਾਂ ਆ ਜਾਂਦੀਆਂ ਨੇ, ਕੁਆਲੀਫਿਕੇਸ਼ਨ ਸਭ ਤੋਂ ਪਹਿਲਾਂ ਮੈਟਰ ਕਰਦੀ। ਹੁਣ ਵਿਦਿਆਰਥੀ ਪੰਜਾਬ ਬੋਰਡ ਦਾ ਵੀ ਵਿਦਿਆਰਥੀ ਹੈਗਾ, ਵਿਦਿਆਰਥੀ ਰਾਜਸਥਾਨ ਬੋਰਡ ਦਾ, ਜੰਮੂ ਬੋਰਡ ਦਾ, ਹਰਿਆਣਾ ਬੋਰਡ ਦਾ ਵੀ ਹੈ, ਵਿਦਿਆਰਥੀ ਜਿਹੜੇ ਨੇ ਆਂਧਰਾ ਪ੍ਰਦੇਸ਼ ਦੇ ਵੀ, ਭੋਜਪੁਰੀ ਬੋਰਡ ਦੇ ਵੀ ਨੇ, ਉਧਰ ਆਂਧਰਾ ਦੇ ਵੀ ਹੈਗੇ ਨੇ, ਯੂਪੀ ਦੇ ਵੀ ਹੈਗੇ ਨੇ, ਤਮਿਲ ਹੈ, ਤੇਲਗੂ ਹੈ, ਮਲਿਆਲਮ ਹੈ। ਬਿਲਕੁਲ ਅਲੱਗ-ਅਲੱਗ ਭਾਸ਼ਾਵਾਂ ਜਿਹੜੀਆਂ ਨੇ ਉਹ ਸਟੇਟ ਵਾਈਜ਼ ਉਹਨਾਂ ਭਾਸ਼ਾਵਾਂ ਦੇ ਉੱਤੇ ਫੋਕਸ ਹੁੰਦਾ ਹੈ। ਜ਼ਰੂਰੀ ਨਹੀਂ ਹੈ ਵਿਦਿਆਰਥੀ ਦੀ ਅੰਗਰੇਜ਼ੀ ਜਿਹੜੀ ਉਹ ਬਹੁਤ ਵਧੀਆ ਹੋਵੇ, ਕਿਉਂਕਿ ਹਰ ਜਿਹੜੀ ਸਟੇਟ ਹੈ ਉਹਦੀ ਆਪਣੀ ਇੱਕ ਮਦਰ ਲੈਂਗੁਏਜ ਹੈਗੀ ਆ, ਉਸ ਦੇ ਵਿੱਚ ਹੀ ਉਹ ਆਪਣੀ ਪੜ੍ਹਾਈ ਜਿਹੜੇ ਨੇ ਉਹ ਜਾਰੀ ਕਰਦੇ ਨੇ, ਕਿਤਾਬਾਂ ਜਿਹੜੀਆਂ ਨੇ ਸੁਚਾਰੂ ਢੰਗ ਦੇ ਨਾਲ ਅੱਗੇ ਚੱਲਦੀਆਂ ਨੇ, ਉਹ ਪੜ੍ਹਦੇ ਨੇ। ਸੋ ਉਹ ਵਿਦਿਆਰਥੀ ਕਿਸ ਤਰੀਕੇ ਦੇ ਨਾਲ ਅਪਲਾਈ ਕਰ ਸਕਦਾ ਹੈ? ਫਸਟ ਆਫ ਆਲ ਤਾਂ ਸਵਾਲ ਇਹ ਹੈ ਵੀ ਬੇਸਿਕ ਕ੍ਰਾਈਟੇਰੀਆ ਕੀ ਹੈ? 10ਵੀਂ ਪਾਸ ਬੰਦਾ ਵੀ ਜਾ ਸਕਦਾ ਵਿਦਆਊਟ ਆਇਲਸ, ਜਾਂ ਫਿਰ ਕਿਸ ਤਰੀਕੇ ਦੇ ਨਾਲ ਕੀ ਨਜ਼ਰੀਆ ਰੱਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕ੍ਰਾਈਟੇਰੀਆ ਦੇ ਜਵਾਬ ਦਿੰਦਾ। ਕ੍ਰਾਈਟੇਰੀਆ ਕੀ ਹੈ ਕਿ 10th ਤੋਂ ਬਾਅਦ ਬਾਹਰ ਜਾਣਾ ਹੈ, ਕੋਈ ਡਿਪਲੋਮਾ ਪ੍ਰੋਗਰਾਮ ਕਰਨ, +2 ਤੋਂ ਬਾਹਰ ਜਾਣਾ ਹੈ, ਕੋਈ ਡਿਗਰੀ ਪ੍ਰੋਗਰਾਮ ਕਰਨ, ਜਾਂ ਗ੍ਰੈਜੂਏਸ਼ਨ ਕਰਕੇ ਬਾਹਰ ਜਾਣਾ ਹੈ। ਸੋ 3 ਕ੍ਰਾਈਟੇਰੀਆ ਸਭ ਤੋਂ ਪਹਿਲਾਂ ਸਾਡੇ ਬੱਚਿਆਂ ਵਾਸਤੇ, ਸਾਡੇ ਸਟੂਡੈਂਟਸ ਜਿਹੜੇ ਜਾਣਾ ਚਾਹੁੰਦੇ ਬਾਹਰ ਇੱਛੁਕ ਨੇ, ਉਹਨਾਂ ਦੇ ਮਾਪਿਆਂ ਨੂੰ ਵੀ ਇਹ ਸਮਝਾਉਣਾ ਚਾਹੁੰਦਾ ਵੀ 3 ਕ੍ਰਾਈਟੇਰੀਆ ਹੈ। 10ਵੀਂ ਤੋਂ ਬਾਅਦ ਕੋਈ ਵੀ ਡਿਪਲੋਮਾ ਹੋ ਸਕਦਾ ਹੈ, ਕੋਈ ਕ੍ਰੈਸ਼ ਕੋਰਸ ਹੋ ਸਕਦਾ ਹੈ, ਫਿਰ +2 ਤੋਂ ਬਾਅਦ ਬੈਚਲਰਸ ਡਿਗਰੀ ਹੋਏਗੀ, ਪ੍ਰੋਪਰ ਡਿਗਰੀ 3 ਸਾਲ ਦੀ, 4 ਸਾਲ ਦੀ, ਜਿਹੜੀ ਵੀ ਸਟਰੀਮ 'ਚ ਤੁਸੀਂ ਭਾਗ ਲੈਂਦੇ ਹੋ। ਫਿਰ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਹੈ, ਯਾਨੀ ਕਿ ਡਿਗਰੀ ਇੱਥੇ ਕਰ ਲਈ ਹੈ, BCom BA ਕੁਝ ਵੀ ਇੱਥੇ ਕਰ ਲਈ ਹੈ, ਤੇ ਉਹਦਾ ਕੰਬੀਨੇਸ਼ਨ ਕੋਰਸ ਮਾਸਟਰ ਡਿਗਰੀ ਕਰਨ ਆਪਾਂ ਬਾਹਰ ਜਾਣਾ। ਹੁਣ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਟੈਸਟ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਇੰਗਲਿਸ਼ ਦੇ, ਜਿਹਨੂੰ ਆਇਲਸ ਦੀ ਗੱਲ ਕਰਦੇ ਆ। ਅਮਰੀਕਾ ਜਾਣ ਲਈ ਟੋਟਲ 3 ਤੋਂ 4 ਤਰ੍ਹਾਂ ਦੇ ਟੈਸਟ ਨੇ। ਪਹਿਲਾ ਟੈਸਟ ਹੈ TOEFL, TOEFL, ਟੈਸਟ ਆਫ ਇੰਗਲਿਸ਼ ਐਜ਼ ਫੋਰਨ ਲੈਂਗੁਏਜ, TOEFL ਐਕਚੁਅਲੀ, ਟੈਸਟ ਆਫ ਇੰਗਲਿਸ਼ ਐਜ਼ ਫੋਰਨ ਲੈਂਗੁਏਜ। ਦੂਸਰਾ ਕੋਰਸ ਆਇਲਸ ਹੋ ਗਿਆ, ਤੀਸਰਾ GRE ਹੋ ਗਿਆ, ਚੌਥਾ GMAT ਹੋ ਗਿਆ। ਹੁਣ ਇਹਨਾਂ ਟੈਸਟਾਂ ਦਾ ਫਾਇਦਾ ਕੀ ਸੀ, ਨੁਕਸਾਨ ਕੀ ਸੀ? ਹੁਣ ਇਹਨਾਂ ਟੈਸਟਾਂ ਦਾ ਇਹ ਵੀ ਫਾਇਦਾ ਸੀ ਕਿ ਜਦੋਂ ਤੁਸੀਂ ਕੋਈ ਇਹ ਟੈਸਟ ਦੇ ਕੇ ਇਹਦੇ 'ਚ ਕਿਸੇ ਚੰਗੀ ਸਕੋਰ ਕਰਕੇ ਤੁਸੀਂ ਜਾਂਦੇ ਸੀ ਤੇ ਤੁਹਾਨੂੰ ਉਧਰ ਦੀਆਂ ਯੂਨੀਵਰਸਿਟੀਆਂ ਸਕਾਲਰਸ਼ਿਪ ਵੀ ਦਿੰਦੀਆਂ ਸੀ। ਠੀਕ ਹੈ, ਰਾਈਟ। ਬਟ ਕਿਉਂਕਿ ਪੈਂਡੇਮਿਕ ਚੱਲ ਰਿਹਾ ਤੇ ਅਮਰੀਕਾ ਨੂੰ ਵੀ ਕੁਝ ਬੰਦਿਆਂ ਦੀ ਲੋੜ ਹੈ, ਮੈਨ ਪਾਵਰ ਦੀ ਲੋੜ ਹੈ, ਖਾਸ ਕਰਕੇ ਯੰਗ ਮੈਨ ਪਾਵਰ ਦੀ ਤੇ ਆਲ ਓਵਰ ਵਰਲਡ ਲੋੜ ਹੁੰਦੀ ਹੈ। ਤੇ ਸਾਡੇ ਉਹ ਸਗੋਂ ਚੁਟਕਲੇ ਸੁਣਾਉਣ ਵਾਲੇ ਇਹੋ ਹੀ ਕਹਿੰਦੇ ਆ ਕਿ ਕੈਨੇਡਾ ਨੇ ਫਲਾਣੀ ਚੀਜ਼ ਬਣਾਤੀ, ਅਮਰੀਕਾ ਨੇ ਫਲਾਣੀ ਚੀਜ਼ ਬਣਾਤੀ, ਉਹਨੇ ਫਲਾਣੀ ਚੀਜ਼ ਬਣਾਤੀ, ਤੇ ਸਾਡੇ ਇੰਡੀਆ ਨੇ ਬੱਚੇ ਬਣਾ ਕੇ ਕੈਨੇਡਾ ਨੂੰ ਦੇ ਦਿੱਤੇ। ਤੇ ਅਸੀਂ ਬੱਚੇ ਬਣਾਉਣ ਦੀ ਫੈਕਟਰੀ ਲਾਈ ਇੱਕ ਹਿਸਾਬ ਦੀ, ਜਿਹੜੇ ਅਸੀਂ ਕੈਨੇਡਾ ਨੂੰ ਅਮਰੀਕਾ ਨੂੰ ਸਪਲਾਈ ਕਰਦੇ ਆ। ਤੇ ਜੇ ਉਹ ਬੱਚੇ ਚੰਗੇ ਲੈਵਲ ਤੇ ਜਾਣਗੇ ਤੇ ਉਹ ਗੱਲ ਉਦਾਂ ਦੀ ਹੋ ਜਾਏਗੀ। ਸੋ ਇਹ 4 ਤਰ੍ਹਾਂ ਦੇ ਜਿਹੜੇ ਟੈਸਟ ਨੇ ਪਾਸ ਕਰਕੇ ਸਕਾਲਰਸ਼ਿਪ ਮਿਲਦਾ ਸੀ। ਬਟ ਹੁਣ ਅਮਰੀਕਨ ਗਵਰਨਮੈਂਟ ਨੇ ਇਹ ਕਿਹਾ ਕਿ ਜੇ ਬੱਚੇ ਇਹ ਟੈਸਟ ਨਹੀਂ ਵੀ ਦਿੱਤੇ ਤੇ ਉਹ ਕਿਹੜੀ ਸਟੱਡੀ ਲਈ ਆ ਰਿਹਾ, ਉਹਦੇ ਬਾਰੇ ਆਪਾਂ ਅੱਗੇ ਗੱਲ ਕਰਨੀ ਆ। ਜਿੱਦਾਂ ਅਮਰੀਕਾ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਅਮਰੀਕਾ ਨੂੰ ਵੀ ਬਾਕੀ ਮੁਲਕਾਂ ਦੀ ਤਰ੍ਹਾਂ ਜਿਹੜਾ ਯੰਗ ਬਲੱਡ ਦੀ ਜ਼ਰੂਰਤ ਹੈਗੀ ਆ। ਜਿੱਥੋਂ ਤੱਕ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਮੈਂ ਪਿਛਲੇ ਕਈ ਸਾਲਾਂ ਤੋਂ ਸੁਣਦੀ ਆ ਰਹੀ ਹਾਂ ਕਿ ਅਮਰੀਕਾ ਜਿਹੜਾ ਵਿਦਆਊਟ ਆਇਲਸ ਵੀਜ਼ੇ ਦਊਗਾ, ਅਮਰੀਕਾ ਵੀਜ਼ੇ ਦੇ ਰਿਹਾ ਹੈ। ਲੇਕਿਨ ਓਨੈਸਟਲੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਮੈਂ ਕੋਈ ਵੀ ਇੱਕ ਵੀ ਵਿਦਿਆਰਥੀ, ਹਾਂ ਕਿਸੇ ਦੇ ਘਰਦਿਆਂ ਨੇ ਸਪਾਂਸਰ ਕਰਤਾ, ਕੋਈ ਵੈਸੇ ਆਇਲਸ ਕਰਕੇ ਚਲਾ ਗਿਆ, ਕੋਈ MBBS ਕਰਨ ਲਈ ਚਲੇ ਗਿਆ, ਕੋਈ ਉਸ ਤਰੀਕੇ ਨਾਲ, ਉਹ ਤਰੀਕੇ ਵੱਖਰੇ ਨੇ। ਬਟ ਵਿਦਆਊਟ ਆਇਲਸ ਜਦੋਂ ਇੰਟਰਵਿਊ ਦੀ ਜਦੋਂ ਗੱਲ ਆਈ ਤਾਂ ਇਹੋ ਜਿਹੇ ਬਹੁਤ ਘੱਟ ਤਾਦਾਦ ਦੇ ਵਿਦਿਆਰਥੀ ਆਏ ਜਿਨ੍ਹਾਂ ਨੂੰ ਵੀਜ਼ੇ ਮਿਲੇ। ਸੋ ਕੀ ਮੰਨਦੇ ਹੋ ਕਿ ਜੋ ਸਰਕਮਸਟੈਂਸ ਇਸ ਵੇਲੇ ਚੱਲ ਰਿਹਾ ਹੈ ਕਿ USA ਵੀਜ਼ੇ ਦਊਗਾ, ਜਾਂ ਫਿਰ ਲੋਕਾਂ ਦਾ ਦਿਮਾਗ ਵੀ ਹੁਣ ਆਸਟ੍ਰੇਲੀਆ ਬੰਦ ਪਿਆ ਵਾ, ਕੈਨੇਡਾ ਵੀ ਹਲੇ ਇੱਕ ਹਿਸਾਬ ਦਾ ਬੰਦ ਹੀ ਪਿਆ ਵਾ, ਸਾਰੇ ਮੁਲਕ ਬੰਦ ਵੀਜ਼ੇ ਆ ਰਹੇ ਨੇ, ਹੋਰ ਕੁਝ ਨਹੀਂ, ਕੋਈ ਟਰੈਵਲ ਨਹੀਂ, ਕੁਝ ਨਹੀਂ ਹੋ ਰਿਹਾ, ਕਿ ਸਿਰਫ ਲੋਕਾਂ ਦਾ ਦਿਮਾਗ ਡਾਇਵਰਟ ਕਰ ਦੋ ਵੀ USA ਕਾਫੀ ਟਾਈਮ ਤੋਂ ਸ਼ਾਂਤ ਪਿਆ ਸੀ, ਇੱਕ ਵਾਰੀ USA ਨੂੰ ਲਾਈਮਲਾਈਟ ਤੇ ਲਿਆਓ। ਕੁਝ ਇਹੋ ਜਿਹਾ ਤਾਂ ਨਹੀਂ ਹੈਗਾ, ਲੋਕਾਂ ਦੇ ਦਿਮਾਗ ਨਾਲ ਤਾਂ ਨਹੀਂ ਛੇੜਖਾਨੀ ਹੋ ਰਹੀ? ਬਿਲਕੁਲ ਛੇੜਖਾਨੀ ਹੋ ਰਹੀ ਹੈ ਲੋਕਾਂ ਦੇ ਦਿਮਾਗ ਨਾਲ। ਕਹਿੰਦੇ ਨਾ ਹਾਫ ਨੌਲੇਜ ਇਜ਼ ਅ ਡੇਂਜਰਸ ਥਿੰਗ। ਬਿਲਕੁਲ। ਜਦੋਂ ਕੁਝ ਲਾਲਚੀ, ਸਾਰੇ ਇਮੀਗ੍ਰੇਸ਼ਨ ਏਜੰਟ ਜਾਂ ਸਾਰੇ ਸਟੱਡੀ ਵੀਜ਼ਾ ਏਜੰਟ ਮਾੜੇ ਨਹੀਂ, ਪਰ ਕੁਝ ਲਾਲਚੀ ਏਜੰਟ ਜਦੋਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਤੇ ਅੱਧੀ ਸੂਚਨਾ ਪਾਸ ਕਰਦੇ ਆ। ਬਿਲਕੁਲ USA ਨੇ ਇੰਨੀ ਗੱਲ ਕਹੀ ਹੈ ਕਿ ਬਿਨਾ ਆਇਲਸ ਦਾ ਪੇਪਰ ਦਿੱਤੇ ਆ, ਬਿਨਾ TOEFL ਦਾ ਪੇਪਰ ਦਿੱਤੇ ਆ, ਬਿਨਾ GRE ਦਾ ਪੇਪਰ ਦਿੱਤੇ ਆ, ਬਿਨਾ GMAT ਦਾ ਪੇਪਰ ਦਿੱਤੇ ਆ ਤੁਸੀਂ ਅਮਰੀਕਾ 'ਚ ਐਡਮਿਸ਼ਨ ਲੈ ਸਕਦੇ ਹੋ ਕਿਸੇ ਸਕੂਲ ਕਾਲਜ। ਪਰ ਉਹਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਗੱਲ ਸੁਣ ਲਓ ਧਿਆਨ ਨਾਲ, ਕੋਈ ਏਜੰਟ ਤੁਹਾਨੂੰ ਝੂਠ ਬੋਲੇ ਤੇ ਨਾ ਮੰਨਿਓ। ਤੁਹਾਡਾ ਜਿਹੜਾ ਸਟੱਡੀ ਪ੍ਰੋਗਰਾਮ ਹੈ ਬੇਸਿਕ ਤੋਂ ਲੈ ਕੇ ਜਿੱਥੋਂ ਤੱਕ ਵੀ ਤੁਸੀਂ ਇੰਡੀਆ 'ਚ ਪੜ੍ਹਾਈ ਕੀਤੀ ਹੈ,
that should be in English ਔਰ ਉਹਦੇ ਵਾਸਤੇ ਉਹਨਾਂ ਨੇ ਵੱਖਰੇ ਵੱਖਰੇ ਸਰਟੀਫਿਕੇਟ ਮੰਗੇ ਆ ਇੰਡੀਆ ਦੇ ਉਸ ਅਦਾਰੇ ਕੋਲੋਂ ਜਿਹੜੇ ਅਦਾਰੇ ਤੋਂ ਤੁਸੀਂ ਪੜ੍ਹਾਈ ਕੀਤੀ ਹੈ। ਫੋਰ ਐਗਜ਼ਾਮਪਲ ਤੁਸੀਂ 10th ਪਾਸ ਕੀਤੀ ਹੈ ਤੇ ਤੁਹਾਡੇ ਪਿਛਲੇ ਮੀਡੀਅਮ ਆਫ ਇਨਸਟਰਕਸ਼ਨਸ ਵਰ ਇਨ ਇੰਗਲਿਸ਼ ਔਰ ਤੁਸੀਂ ਇੰਗਲਿਸ਼ ਦਾ ਪੇਪਰ ਵੀ ਐਜ਼ ਮੇਜਰ ਸਬਜੈਕਟ ਦਿੱਤਾ ਹੈ। ਠੀਕ ਹੈ। ਜੇ ਤੁਸੀਂ ਐਜ਼ ਮੇਜਰ ਸਬਜੈਕਟ ਇੰਗਲਿਸ਼ ਦਾ ਪੇਪਰ ਨਹੀਂ ਦਿੱਤਾ ਤੁਹਾਡੀ ਮੀਡੀਅਮ ਆਫ ਇਨਸਟਰਕਸ਼ਨ ਇੰਗਲਿਸ਼ ਨਹੀਂ ਸੀ ਤੁਸੀਂ ਐਲੀਜੀਬਲ ਨਹੀਂ ਹੋ। ਧਿਆਨ ਰੱਖਣਾ ਮੇਰੀ ਗੱਲ। ਠੀਕ ਹੈ, ਮਤਲਬ ਵਿਦਆਊਟ ਆਇਲਸ ਜਿਹੜੇ ਲੋਕੀ ਜਿਹੜੇ ਵਿਦਿਆਰਥੀ ਵਿਦੇਸ਼ ਜਾਣਾ ਚਾਹੁੰਦੇ ਨੇ ਵਿਦਆਊਟ ਆਇਲਸ ਹੋ ਜਾਊਗਾ, ਲੇਕਿਨ ਮੁੱਖ ਦੀ ਗੱਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵਿਦਆਊਟ ਇੰਗਲਿਸ਼ ਨਹੀਂ ਹੋਊਗਾ। ਡੈਫੀਨੇਟਲੀ ਹੈ ਨਾ, without ਦੈਟ ਇੰਗਲਿਸ਼ ਉਹਦੇ ਵਿੱਚ ਵੀ ਸਰਟੀਫਾਈਡ ਇੰਗਲਿਸ਼। ਸਰਟੀਫਾਈਡ ਇੰਗਲਿਸ਼ ਇਹ ਨਹੀਂ ਕਿ ਸਿਰਫ ਤੁਸੀਂ ਇਹ ਨਹੀਂ ਕਿ ਤੁਹਾਡੇ 10ਵੀਂ ਦੇ ਜਾਂ 8ਵੀਂ ਦੇ ਪੇਪਰ 'ਚ ਸ਼ੋ ਹੋ ਰਿਹਾ ਕਿ ਤੁਸੀਂ ਇੰਗਲਿਸ਼ ਦਾ ਪੇਪਰ ਦਿੱਤਾ ਹੈ। ਤੁਹਾਡੇ ਕੋਲ ਇੱਕ ਸਰਟੀਫਿਕੇਟ ਹੋਣਾ ਚਾਹੀਦਾ। ਮੈਂ ਇੱਕ ਗੱਲ ਦੱਸੀ ਹਲੇ, ਮੈਂ ਗ੍ਰੈਜੂਏਸ਼ਨ ਵਾਸਤੇ ਬਾਕੀਆਂ ਵਾਸਤੇ ਵੀ ਕ੍ਰਾਈਟੇਰੀਆ ਦੱਸਾਂਗਾ, ਯੂਨੀਵਰਸਿਟੀ ਦੱਸਾਂਗਾ ਕਿ ਕਿਹੜੀ ਕਿਹੜੀ ਯੂਨੀਵਰਸਿਟੀ ਇਹਨੂੰ ਆਨਰ ਕਰ ਰਹੀ ਹੈ, ਕਿਸ ਤਰ੍ਹਾਂ ਕਰਨਾ ਹੈ। ਸੋ ਸਰਟੀਫਾਈਡ ਕੋਰਸ ਇੰਗਲਿਸ਼ ਐਜ਼ ਮੇਜਰ ਸਬਜੈਕਟ ਐਂਡ ਮੋਡ ਆਫ ਕਮਿਊਨੀਕੇਸ਼ਨ, ਮੋਡ ਆਫ ਐਗਜ਼ਾਮੀਨੇਸ਼ਨ, mode of instructions should be in English only ਜੀ। ਠੀਕ ਹੈ। ਸੋ ਨੰਬਰ ਮੈਂ ਤੁਸੀਂ ਪੰਜਾਬੀ ਚ ਪੇਪਰ ਦਿਓ ਤੇ ਕਹੋ ਜੀ ਮੈਂ ਇੰਗਲਿਸ਼ ਦਾ ਵੀ ਪੇਪਰ ਦਿੱਤਾ, ਨਹੀਂ ਮੰਨਿਆ ਜਾਣਾ। ਉਹ ਗੱਲ ਨਹੀਂ ਜਾਇਜ਼ ਹੋਣੀ। ਬਿਲਕੁਲ ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ ਜੀ। ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ, ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਗਿਆ, ਹਦਾਇਤਾਂ ਦਿੱਤੀਆਂ ਨੇ ਵੀ ਕਮੈਂਟ ਸੈਕਸ਼ਨ 'ਚ ਵੀ ਸਵਾਲ ਡਿਸਕਸ ਕਰ ਸਕਦੇ ਹੋ। ਕਾਲ ਕਰਕੇ ਵੀ ਤੁਸੀਂ ਆਪਣਾ ਸਵਾਲ ਜਿਹੜਾ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਯੂਨੀਵਰਸਿਟੀਜ਼ ਦੀ ਅਸੀਂ ਥੋੜੀ ਜਿਹੀ ਨਜ਼ਰ ਮਾਰ ਲੈਂਦੇ ਹਾਂ, ਯੂਨੀਵਰਸਿਟੀ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ। ਤੇ ਇੱਕ ਗੱਲ ਹੋਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਆਪਣੇ ਵੱਲੋਂ ਵੀ ਅਸੀਂ ਕਹਿਣਾ ਚਾਹਾਂਗੇ, ਕਿਉਂਕਿ ਸਾਡੀ ਆਫ ਕੈਮਰਾ ਵੀ ਡਿਸਕਸ਼ਨ ਹੋਈ ਸੀ, ਤਾਂ ਇੱਕ ਨਾ ਅਸੀਂ ਨਿਚੋੜ ਕੱਢਿਆ ਵੀ ਅਸੀਂ ਆਪਣੇ ਮੁਲਕ 'ਚ ਹੈਗੇ ਆ ਨਾ, ਇਸ਼ਾਰੇ ਦੀ ਗੱਲ ਵੱਖਰੀ ਹੈ। ਇਸ਼ਾਰੇ ਨਾਲ ਅਸੀਂ ਕਿਸੇ ਨੂੰ ਸਮਝਾ ਦਈਏ, ਉਹ ਤੋਂ ਕੁਝ ਲੈ ਲਈਏ, ਲੇਕਿਨ ਆਪਾਂ ਜਦੋਂ ਵਿਦੇਸ਼ 'ਚ ਜਾਣਾ ਹੈ ਉੱਥੇ ਆਪਾਂ ਨੂੰ ਇੰਗਲਿਸ਼ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਪਾਣੀ ਦਾ ਗਲਾਸ ਵੀ ਜੇਕਰ ਆਪਾਂ ਉੱਥੇ ਮੰਗਣਾ ਤੇ ਆਪਾਂ ਨੂੰ ਪਾਣੀ ਦਾ ਗਲਾਸ ਵੀ ਇੰਗਲਿਸ਼ ਹੀ ਮੰਗਣਾ ਪੈਣਾ, ਰਸਤਾ ਵੀ ਪੁੱਛਣਾ। ਨਹੀਂ, ਮੈਂ ਤੁਹਾਨੂੰ ਇਹਦੇ 'ਚ ਚੁਟਕਲਾ ਸੁਣਾਉਣਾ ਛੋਟਾ ਜਿਹਾ ਜੀ ਦਰਸ਼ਕਾਂ ਨੂੰ ਵੀ ਜਿਹੜੇ ਸਾਡੇ ਪਹਿਲਾਂ ਪੁਰਾਣੇ ਬਜ਼ੁਰਗ ਜਾਂਦੇ ਰਹੇ ਨੇ ਬਾਹਰ ਤੇ ਸਾਡੇ ਵੀ ਰਿਸ਼ਤੇਦਾਰੀ 'ਚ ਗਏ ਸੀ, ਅਸੀਂ ਵੀ ਉਹਨਾਂ ਪਿੰਡੂ ਪਰਿਵਾਰਾਂ ਨਾਲ, ਅਸੀਂ ਸ਼ਹਿਰੀ ਪਰਿਵਾਰਾਂ ਨਾਲ ਜੁੜੇ ਆ। ਤੇ ਮੈਂ ਨਿੱਕਾ ਜਿਹਾ ਹੀ ਹੁੰਦਾ ਸੀ, 4ਵੀਂ 5ਵੀਂ 'ਚ ਪੜ੍ਹਦਾ ਹੁੰਦਾ ਸੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਅੰਕਲ ਤੁਸੀਂ ਬਾਹਰੋਂ ਆਏ ਹੋ। ਸਾਨੂੰ ਨਹੀਂ ਸੀ ਪਤਾ ਬਾਹਰ ਕਿਹਨੂੰ ਕਹਿੰਦੇ ਨੇ, ਸਾਨੂੰ ਇੰਨਾ ਪਤਾ ਸੀ ਵੀ ਇਹ ਬਾਹਰੋਂ ਆਏ ਨੇ। ਤੇ ਮੈਂ ਕਿਹਾ ਅੰਕਲ ਉੱਥੇ ਤੇ ਸਾਰੇ ਅੰਗਰੇਜ਼ ਹੁੰਦੇ ਆ ਤੇ ਸਾਰੇ ਇੰਗਲਿਸ਼ ਬੋਲਦੇ ਆ, ਫਿਰ ਤੁਸੀਂ ਕਿਵੇਂ ਆਪਣੀ ਗੱਲ ਦੱਸਦੇ ਹੋ? ਉਹ ਵੀ ਵਿਚਾਰੇ ਅੱਜ ਮੈਨੂੰ ਸਮਝ ਲੱਗਦੀ ਹੈ ਕਿ ਲੇਬਰ ਕੈਟਾਗਰੀ 'ਚ ਗਏ ਸੀ। ਕਹਿੰਦੇ ਵੀ ਜਿਵੇਂ ਸਾਡੇ ਕੋਲ ਉਹ ਆਉਂਦੇ ਆ ਜੀ, ਪੁੱਛਣ ਆਉਂਦੇ ਆ ਸ਼ੁੱਕਰਵਾਰ ਵਾਲੇ ਦਿਨ ਵੀ ਸੰਡੇ ਨੂੰ ਉਹ ਟਾਈਮ ਕੌਣ ਲਾਏਗਾ, ਕਹਿੰਦਾ ਉਹ ਤਾਂ ਸਾਨੂੰ ਇੰਗਲਿਸ਼ 'ਚ ਪੁੱਛਦੇ ਆ ਤਾਂ ਸਾਨੂੰ ਉਨੀ ਸਮਝ ਲੱਗ ਜਾਂਦੀ ਹੈ। ਤੇ ਕਹਿੰਦੇ ਮੈਂ ਵੀ ਹੱਥ ਖੜਾ ਕਰਕੇ ਕਹਿੰਦੇ ਨਾ ਮੀ ਸੰਡਾ ਓਵਰ ਟਾਈਮ। ਸੋ ਮੀ ਸੰਡਾ ਓਵਰ ਟਾਈਮ ਵਾਲੇ ਵੀ ਜਾਂਦੇ ਨੇ। ਇੱਕ ਹੋਰ ਮੇਰਾ ਦੋਸਤ ਸੀ, ਉਹ ਵੀ ਇਦਾਂ ਹੀ ਬਾਹਰ ਗਿਆ, ਦੋਸਤ ਨਹੀਂ ਮਤਲਬ ਮੇਰੇ ਡੈਡੀ ਦੇ ਪਾਪਾ ਦੇ ਦੋਸਤ। ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਵੇਂ ਤੁਸੀਂ ਉੱਥੇ ਛੁੱਟੀ ਛਾਟੀ ਲੈਣੀ ਹੋਵੇ ਤੇ ਤੁਹਾਨੂੰ ਕਿੱਦਾਂ ਛੁੱਟੀ ਲੈਂਦੇ ਹੋ? ਤੇ ਕਹਿੰਦੇ ਅਸੀਂ ਵੀ ਜਾ ਕੇ ਕਹਿੰਦੇ ਸਰ ਮੀ ਲੂਜ਼ ਡਿਲੀਵਰੀ ਹੈਪਨ। ਮੈਂ ਕਿਹਾ ਇਹ ਕੀ ਮਤਲਬ ਹੈ? ਕਹਿੰਦੇ ਵੀ ਮੈਨੂੰ ਲੂਜ਼ ਮੋਸ਼ਨ ਲੱਗ ਗਏ, ਟੱਟੀਆਂ ਲੱਗ ਗਈਆਂ। ਦੱਸੋ ਹੁਣ ਇਹੋ ਜੀ ਗੱਲ ਵਿਚਾਰੇ ਸਮਝਾਉਣ ਵਾਸਤੇ ਕਿ ਮੀ ਲੂਜ਼ ਮੋਸ਼ਨ ਹੈਪਨ, ਇਹੋ ਜੀ ਇੰਗਲਿਸ਼ ਤੁਸੀਂ ਜਾ ਕੇ ਬੋਲੋਗੇ। ਉਹ ਜ਼ਮਾਨੇ ਲੰਘ ਗਏ ਨੇ, ਉਹ ਸਾਡੇ ਬਜ਼ੁਰਗਾਂ ਦੇ ਜ਼ਮਾਨੇ ਸੀ ਜਦੋਂ ਉਹ ਡੋਂਗੀ ਬਣ ਕੇ ਬੱਸ ਦੇ ਥੱਲੇ ਲਟਕ ਕੇ ਜੰਗਲਾਂ 'ਚੋਂ ਟੱਪ ਕੇ ਫੋਰਨ ਕੰਟਰੀ ਜਾਂਦੇ ਸੀ ਤੇ ਧੀਰੇ ਧੀਰੇ ਆਪਣੇ ਆਪ ਨੂੰ ਸੈਟਲ ਕਰਦੇ ਸੀ ਸਾਡੇ ਪਿੰਡਾਂ 'ਚੋਂ ਜਾ ਕੇ। ਬਟ ਮੈਂ ਇਹ ਗੱਲ ਬੜੀ ਕਲੀਅਰ ਕਹਿਣੀ ਚਾਹੁੰਦਾ ਵੀ ਅੱਜ ਉਹ ਜ਼ਮਾਨਾ ਖਤਮ ਹੈ, ਲੀਗਲ ਰਸਤੇ ਬੜੇ ਨੇ ਜਾਂਦੇ। ਉਹਦੇ 'ਚ ਮੈਂ ਪਹਿਲਾਂ ਮੈਡਮ ਅਗਰ ਜਾਣਾ ਹੀ ਹੈ ਤਾਂ ਫਿਰ ਲੀਗਲੀ ਜਾਓ ਨਾ, ਇਲੀਗਲ ਜਾਣ ਦਾ ਕੋਈ ਫਾਇਦਾ ਨਹੀਂ। ਤੁਹਾਡਾ ਵੀ ਨੁਕਸਾਨ, ਤੁਹਾਡੇ ਪਰਿਵਾਰ ਦਾ ਵੀ ਨੁਕਸਾਨ, ਮੈਂ ਕਿਹਾ ਸੋਸਾਇਟੀ ਦਾ ਵੀ ਨੁਕਸਾਨ। ਉੱਥੇ ਤੁਸੀਂ ਤੜਫਦੇ ਫਿਰਦੇ ਹੋ, ਇੱਥੇ ਮਾਪਿਓ ਤੜਫਦੇ ਫਿਰਦੇ ਆ। ਮੈਂ ਹੁਣ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਲੱਗਾ ਵੀ ਜੇ ਬੈਚਲਰ ਡਿਗਰੀ ਤੁਸੀਂ ਕੀਤੀ ਹੋਈ ਹੈ ਇੰਡੀਆ 'ਚ ਇੰਗਲਿਸ਼ 'ਚ, ਉਹਦੇ 'ਚ ਤੁਹਾਡੇ ਕੋਲ ਸਰਟੀਫਿਕੇਟ ਹੈ ਤੁਹਾਡੇ ਕਾਲਜ ਵੱਲੋਂ ਤੇ ਯੂਨੀਵਰਸਿਟੀ ਵੱਲੋਂ ਕਿ ਤੁਹਾਡੀ ਜਿਹੜੀ ਟੋਟਲ ਮੋਡ ਆਫ ਪੜ੍ਹਾਈ ਸੀ ਉਹ ਇੰਗਲਿਸ਼ ਦੀ ਸੀ ਤੇ ਇੰਗਲਿਸ਼ ਐਜ਼ ਅ ਮੇਜਰ ਸਬਜੈਕਟ ਸੀ, ਤੇ ਤੁਹਾਨੂੰ ਆਇਲਟਸ ਦਾ ਪੇਪਰ ਦੇਣਾ ਨੈਸੈਸਰੀ ਨਹੀਂ ਹੈ। ਠੀਕ ਹੈ। ਅਮਰੀਕਾ ਵਿੱਚ ਜੇ ਤੁਸੀਂ ਬੈਚਲਰ ਡਿਗਰੀ ਕਰਕੇ ਮਾਸਟਰ ਡਿਗਰੀ ਕਰਨ ਚੱਲੇ ਹੋ ਤੇ ਤੁਸੀਂ ਇੰਗਲਿਸ਼ ਮੀਡੀਅਮ 'ਚ ਸਾਰੀ ਪੜ੍ਹਾਈ ਕੀਤੀ ਹੈ ਗ੍ਰੈਜੂਏਸ਼ਨ ਦੀ, ਤੇ ਆਇਲਟਸ ਜ਼ਰੂਰੀ ਨਹੀਂ ਹੈ। ਜੇ ਤੁਸੀਂ ਪੋਸਟ ਗ੍ਰੈਜੂਏਟ ਦਾ ਕੋਰਸ ਕਰਦੇ ਪਏ ਹੋ ਤੇ ਜਿਹੜੀ ਵੀ ਨਹੀਂ ਪੋਸਟ ਗ੍ਰੈਜੂਏਟ ਦਾ ਜਿਹੜਾ ਕੋਰਸ ਕਰ ਰਹੇ ਹੋ, ਲੈਟਰ ਫਰੋਮ ਦੀ ਕਰੰਟ ਯੂਨੀਵਰਸਿਟੀ ਇੰਡੀਕੇਟਿੰਗ, ਇੰਡੀਆ ਦੀ ਜਿਹੜੀ ਯੂਨੀਵਰਸਿਟੀ ਇੰਡੀਕੇਟ ਕਰਕੇ ਦੇਗੀ ਕਿ ਤੁਹਾਡੀ ਜਿੰਨੀ ਵੀ ਗ੍ਰੈਜੂਏਸ਼ਨ ਕੋਰਸ ਸੀ ਉਹ ਇੰਗਲਿਸ਼ 'ਚ ਸੀ। ਤੀਸਰੀ ਗੱਲ, ਇੰਗਲਿਸ਼ ਐਜ਼ ਵਨ ਆਫ ਦੀ ਮੇਨ ਸਬਜੈਕਟ ਇਨ ਯੂਰ ਸੈਕੰਡਰੀ ਐਜੂਕੇਸ਼ਨ ਔਰ ਅੰਡਰ ਗ੍ਰੈਜੂਏਟ ਕੋਰਸਿਸ। ਮਤਲਬ ਜਦੋਂ ਤੁਸੀਂ ਇੰਗਲਿਸ਼ ਜਿਹੜਾ ਤੁਹਾਡਾ ਸਬਜੈਕਟ ਹੈ ਦੈਟ ਸ਼ੁੱਡ ਬੀ ਯੂਅਰ ਮੇਨ ਸਬਜੈਕਟ। ਉਹ ਮੇਨ ਸਬਜੈਕਟ ਹੋਏਗਾ ਜਿੰਨੇ ਵੀ ਤੁਹਾਡੇ ਉਸ ਤੋਂ ਥੱਲੜੀਆਂ ਕੁਆਲੀਫਿਕੇਸ਼ਨਾਂ, ਤੁਸੀਂ ਜਿਸ ਵੀ ਕੁਆਲੀਫਿਕੇਸ਼ਨ ਚੱਲੇ ਹੋ। ਫਿਰ ਅਗਲੀ ਗੱਲ, ਜਿਹੜੇ ਕੰਟਰੀ ਵਿੱਚ ਇੰਗਲਿਸ਼ ਐਜ਼ ਫਸਟ ਲੈਂਗੁਏਜ ਮੰਨੀ ਜਾ ਰਹੀ ਹੈ ਅੱਜ ਕੱਲ, ਹੁਣ ਕਈ ਕੰਟਰੀ ਹੈ ਜਿਹਦੇ ਵਿੱਚ ਇੰਗਲਿਸ਼ ਐਜ਼ ਫਸਟ ਲੈਂਗੁਏਜ ਨਹੀਂ ਹੈ,
ਉਹਨਾਂ ਕੰਟਰੀ ਨੂੰ ਇਹ ਵੀਜ਼ਾ ਨਹੀਂ ਮਿਲਣਾ। ਠੀਕ ਹੈ। ਜਿਹੜੇ ਕੰਟਰੀ, ਇੰਡੀਆ ਇਜ਼ ਵਨ ਆਫ them ਕਿ ਜਿਹੜੀ ਇਫ ਯੂ ਆਰ ਫਰੋਮ ਦੀ ਕੰਟਰੀ ਇਨ ਵਿਚ ਇੰਗਲਿਸ਼ ਇਜ਼ ਦਾ ਅਫੀਸ਼ੀਅਲ ਲੈਂਗੁਏਜ, ਯਾਨੀ ਕਿ ਉੱਥੇ ਆਫਿਸਾਂ ਵਿੱਚ ਇੰਗਲਿਸ਼ ਵਰਤੀ ਜਾਂਦੀ ਹੈ ਅਦਰ ਦੈਨ देयर ਰੀਜਨਲ ਲੈਂਗੁਏਜ, ਆਇਲਸ ਐਂਡ ਟੋਫਲ ਮੇ ਨਾਟ ਬੀ ਨੀਡਡ। ਠੀਕ ਹੈ। ਮੇ ਨਾਟ ਬੀ ਸ਼ਬਦ ਹੈ ਕਾਨੂੰਨ ਦੀ ਕਿਤਾਬ 'ਚ, ਸ਼ਾਇਦ ਉਹ ਤੁਹਾਡੇ ਕੋਲ ਉਹ ਚੀਜ਼ ਨਾ ਲੈਣ। ਫਿਰ ਇਫ ਯੂ ਆਰ ਅਨੇਬਲ ਟੂ ਆਬਟੇਨ ਆਇਲਸ ਜਾਂ ਟੋਫਲ ਰੇਟਿੰਗ ਜੇ ਤੁਸੀਂ ਨਹੀਂ ਲੈ ਸਕਦੇ, ਯੂ ਵਿਲ ਨੀਡ ਟੂ ਕੰਡਕਟ ਯੂਰ ਓਨ ਇੰਗਲਿਸ਼ ਲੈਂਗੁਏਜ ਪ੍ਰੈਪਰੇਟਰੀ ਪ੍ਰੋਗਰਾਮ, IELP ਕਹਿੰਦੇ ਨੇ, ਇਨ ਵਿਚ ਯੂ ਵਿਲ ਬੀ ਐਜੂਕੇਟਿਡ ਵਿਦ ਦਾ ਬੇਸਿਕ ਨੌਲੇਜ ਆਫ ਦੀ ਲੈਂਗੁਏਜ। ਮੰਨ ਲਓ ਤੁਹਾਡੇ ਕੋਲ ਨੌਲੇਜ ਨਹੀਂ ਸੀ ਇੰਗਲਿਸ਼ ਦੀ, ਤੁਹਾਡੀਆਂ ਇਨਸਟਰਕਸ਼ਨਸ ਪੂਰੀਆਂ ਨਹੀਂ ਸੀ, ਫਿਰ ਤੁਹਾਨੂੰ ਉੱਥੇ ਜਾ ਕੇ ਜਾਂ ਇੰਡੀਆ ਵਿੱਚ IELP ਜਿਹਨੂੰ ਕਹਿੰਦੇ ਨੇ ਇੰਗਲਿਸ਼ ਲੈਂਗੁਏਜ ਪ੍ਰੈਪਰੇਟਰੀ ਪ੍ਰੋਗਰਾਮ, ਉਹ ਵੀ ਤੁਹਾਨੂੰ ਕਰਨਾ ਪੈ ਸਕਦਾ। ਤੇ ਕਈ ਏਜੰਟ ਤੁਹਾਨੂੰ ਦੱਸੇ ਬਿਨਾ ਤੁਹਾਨੂੰ ਉਸ 6 ਮਹੀਨੇ ਦੇ ਕੋਰਸ ਦੀ ਐਡਮਿਸ਼ਨ ਵੀ ਦਿਵਾਉਣਗੇ, ਉਹਦੇ ਲੱਖਾਂ ਰੁਪਏ ਲੈ ਲੈਣਗੇ। ਤੇ ਇਹ ਗੱਲ ਯਾਦ ਰੱਖਣਾ, ਜਦੋਂ ਤੁਸੀਂ ਪੱਕੇ ਤੌਰ ਤੇ ਅਮਰੀਕਾ ਗਏ ਹੋ ਔਰ 6 ਮਹੀਨੇ ਦੇ ਕੋਰਸ ਤੋਂ ਬਾਅਦ ਤੁਹਾਨੂੰ ਕਿਤੇ ਉਹ ਅੰਗਰੇਜ਼ੀ ਪੜ੍ਹਾ ਕੇ ਵਾਪਸ ਨਾ ਭੇਜ ਦੇਣ। ਪਿੱਛੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਐਲੀ ਕੋਰਸ ਦੇ ਰਾਹੀਂ ਗਏ ਸੀ, ਕੈਨੇਡਾ ਗਏ ਸੀ, ESL ਦੇ ਰਾਹੀਂ ਗਏ ਸੀ। ਸੋ ਮੈਨੂੰ ਲੱਗਦਾ ਹੈ ਕੁਝ ਉਦਾਂ ਦਾ ਹੀ ਹੈਗਾ ਵੀ ਉੱਥੇ ਜਾ ਕੇ ਵੀ ਤੁਹਾਨੂੰ ਹੋ ਸਕਦਾ ਹੈ ਪੇਪਰ ਪਾਸ ਕਰਨਾ ਪਵੇ, ਨਹੀਂ ਕੀਤਾ ਤਾਂ ਵਾਪਸ ਆਪਣੇ ਮੁਲਕ ਪਰਤਣਾ। ਨਹੀਂ, ਉਸ ਤੋਂ ਇਲਾਵਾ ਵੀ ਦੋ ਤਰੀਕੇ ਨੇ। ਇੱਕ ਤੇ ਤੁਹਾਡੀ ਜੇ ਇੰਗਲਿਸ਼ ਸੈਕਸ਼ਨ ਨਹੀਂ ਸੀ, ਤੁਹਾਡੇ ਸਟੱਡੀ ਏਜੰਟ ਨੇ ਤੁਹਾਨੂੰ ਇੱਥੋਂ ਭਰ ਕੇ ਭੇਜਤਾ ਕਿ ਤੁਸੀਂ ਜਾ ਰਹੇ ਹੋ ਅਮਰੀਕਾ, ਉੱਥੇ ਜਾ ਕੇ ਪਹਿਲਾਂ 6 ਮਹੀਨੇ ਦਾ IELP ਕਰੋਗੇ। IELP ਨਹੀਂ ਹੋਈ ਤੁਹਾਡੇ ਕੋਲ ਕੁਆਲੀਫਾਈ, ਤੁਹਾਨੂੰ ਵਾਪਸ ਭੇਜਿਆ ਚਲ ਜਾਏਗਾ, ਜਾਂ ਤੁਹਾਨੂੰ ਦੁਬਾਰਾ IELP ਦੇ ਪ੍ਰੋਪਰ ਬੈਂਡ ਲੈਣੇ ਪੈਣਗੇ, ਪ੍ਰੋਪਰ ਰੇਟਿੰਗ ਲੈਣੀ ਪੈਗੀ। ਜੇ ਤੁਸੀਂ ਉਹਨੂੰ ਕੁਆਲੀਫਾਈ ਕਰ ਗਏ ਤੇ ਅਗਲੀ ਫੀਸ ਬਾਅਦ ਚੋਂ ਪੇ ਕਰਨੀ ਪੈਗੀ। ਤੇ ਜਿਹੜੇ ਵੀ ਮੇਰੇ ਭੈਣ ਭਰਾ ਫੋਰਨ ਜਾ ਰਹੇ ਨੇ ਜਿਨ੍ਹਾਂ ਦਾ ਇੰਗਲਿਸ਼ ਮੀਡੀਅਮ ਇੰਸਟਰਕਸ਼ਨ ਨਹੀਂ ਸੀ, ਉਹ ਆਪਣੇ ਏਜੰਟ ਨੂੰ ਜਾਂ ਆਪਣੇ ਉਹਨੂੰ ਚੰਗੀ ਤਰ੍ਹਾਂ ਪੁੱਛਣ ਕਿ ਕਿਆ IELP ਚ ਭੇਜ ਰਹੇ ਆ ਕਿ ਮੇਨ ਕੋਰਸ ਵਿੱਚ ਭੇਜ ਰਹੇ ਆ। ਮੇਨ ਕੋਰਸ ਕਿਹੜਾ, ਬਾਕੀ IELP ਜਦੋਂ ਤੁਸੀਂ ਕਲੀਅਰ ਕਰ ਲੈਣੇ ਉਸ ਤੋਂ ਬਾਅਦ ਮੈਨੂੰ ਲੱਗਦਾ ਅਗਲਾ ਕੋਰਸ ਜੇ ਤੁਸੀਂ ਪਾਸ ਹੋ ਗਏ ਤਾਂ ਤੁਸੀਂ ਅਗਲੇ ਕੋਰਸ ਚ ਟ੍ਰਾਂਸਫਰ ਹੋਣੇ, ਨਹੀਂ ਤਾਂ ਮੁਲਕ ਵਾਪਸੀ। ਉਹ ਵੀ ਇੱਕ ਤੁਹਾਨੂੰ ਦੱਸ ਦੇਣਾ ਕਿ ਕਿਸੇ ਵੇਲੇ ਐਸੇ ਵੀ ਕੋਰਸਿਸ ਨੇ ਜਿਹਦੇ ਚ ਉਹ ਕੋਰਸ ਵੀ ਪੈਰਲਲ ਚੱਲਦੇ ਨੇ। ਠੀਕ ਹੈ। ਕਿ ਤੁਹਾਡੇ 2 ਮਹੀਨੇ ਦੀ ਸਟੱਡੀ ਤੋਂ ਬਾਅਦ ਤੁਹਾਡਾ ਪੈਰਲਲ ਫਸਟ ਰੇਟਿੰਗ ਤੁਹਾਡੀ ਆ ਗਈ ਤੇ ਤੁਹਾਡਾ ਮੇਨ ਕੋਰਸ ਪੈਰਲਲ ਚੱਲ ਸਕਦਾ। ਬਿਲਕੁਲ। ਮਲਨ ਸਾਹਿਬ, ਹੋਰ ਇਸ ਦੇ ਵਿੱਚ ਕਿਹੜੀ ਜਿਹੜੀ ਖਾਸ ਗੱਲ ਹੈ USA ਦੇ ਸਟੱਡੀ ਵੀਜ਼ਾ ਦੇ ਵਿੱਚ? ਇੰਟਰਵਿਊ ਵੀ ਇੱਕ ਬਹੁਤ ਵੱਡਾ ਸਵਾਲ ਹੈ। ਨਹੀਂ, ਉਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ USA ਦੀਆਂ ਸਾਰੀਆਂ ਯੂਨੀਵਰਸਿਟੀਆਂ ਇਹ ਅਲਾਉ ਨਹੀਂ ਕਰ ਰਹੀਆਂ। ਅੱਛਾ। ਟੋਟਲ USA ਚ ਯੂਨਾਈਟਿਡ ਸਟੇਟ ਆਫ ਅਮਰੀਕਾ ਚ ਸਿਰਫ 200 ਯੂਨੀਵਰਸਿਟੀਜ਼ ਨੂੰ ਇਹ ਆਪਸ਼ਨ ਮਿਲੀ ਹੈ, ਜਿਹਦੇ ਚੋਂ 5-6 ਦਾ ਮੈਂ ਨਾਮ ਹੀ ਦੱਸੂਗਾ, ਜਿਹੜੀਆਂ ਟੌਪ ਰੈਂਕਿੰਗ ਯੂਨੀਵਰਸਿਟੀਜ਼ ਨੇ। ਉੱਥੇ ਜਿਹੜਾ ਬੱਚਾ ਜਾਣਾ ਚਾਹੇ ਉਹਦੇ ਵਾਸਤੇ ਇੰਗਲਿਸ਼ ਮਾਫ ਹੈ। ਹਰ ਕਾਲਜ ਜਾਂ ਹਰ ਯੂਨੀਵਰਸਿਟੀ ਵਾਸਤੇ ਨਹੀਂ ਹੈ। ਇਹ ਚੀਜ਼ ਤੁਸੀਂ ਆਪਣਾ ਪਹਿਲਾਂ ਚੈੱਕ ਕਰ ਲੈਣਾ, ਫਿਰ ਵੀਜ਼ੇ ਵੱਲ ਚੱਲਣਾ। ਸੋ ਉਹਦੇ ਵਿੱਚੋਂ ਯੂਨੀਵਰਸਿਟੀ ਆਫ ਡੈਲਵੇਅਰ ਹੈਗੀ ਹੈ, ਜਿਹੜੀ ਨਿਊਯਾਰਕ ਡੈਲਵੇਅਰ ਬੈਚਲਰ ਡਿਗਰੀ ਇਨ ਇੰਗਲਿਸ਼ ਹੀ ਕਰਾਉਂਦੀ ਆ ਉਹ। ਠੀਕ ਹੈ ਜੀ। ਫਿਰ ਮੈਂ ਅਗਲੀ ਯੂਨੀਵਰਸਿਟੀ ਦਾ ਨਾਮ ਲਵਾਂ, ਨਾਰਥਵੁੱਡ ਯੂਨੀਵਰਸਿਟੀ ਹੈ, ਮਿਡਲੈਂਡ ਯੂਨਾਈਟਿਡ ਸਟੇਟਸ ਹੈ। ਠੀਕ ਹੈ ਜੀ। ਇੱਥੇ ਵੀ ਸੈਕੰਡਰੀ ਐਜੂਕੇਸ਼ਨ ਜਾਂ ਗ੍ਰੈਜੂਏਸ਼ਨ ਇਨ ਇੰਗਲਿਸ਼ ਹੋਣੀ ਚਾਹੀਦੀ ਤੁਹਾਡੀ। ਰਾਈਸ ਯੂਨੀਵਰਸਿਟੀ ਹੈ ਹੌਸਟਨ ਟੈਕਸਾਸ ਵਿੱਚ, ਇਹਦੇ ਚ ਵੀ ਕੰਡੀਸ਼ਨਲ ਐਡਮਿਸ਼ਨ ਹੈ, ਜਦੋਂ ਕਹਿੰਦੇ ਕੰਡੀਸ਼ਨਲ ਐਡਮਿਸ਼ਨ ਪ੍ਰੋਗਰਾਮ ਜਾਂ ਯੂਨੀਵਰਸਿਟੀ ਪ੍ਰੈਪਰੇਸ਼ਨ ਸਮਰ ਪ੍ਰੋਗਰਾਮ, UPREP, ਯਾਨੀ ਕਿ ਉਹੀ ਪ੍ਰੈਪਰੇਟਰੀ ਜਿਹੜੇ ਪ੍ਰੋਗਰਾਮ ਚੱਲਦੇ ਨੇ ਜਾਂ ਬ੍ਰਿਜ ਪ੍ਰੋਗਰਾਮ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਛੋਟੇ ਪ੍ਰੋਗਰਾਮ ਜਾਣ ਵਾਲੇ ਬੰਦੇ। ਫਿਰ ਯੂਨੀਵਰਸਿਟੀ ਆਫ ਡਾਈਟਨ ਓਹੀਓ ਚ ਹੈਗੀ ਹੈ, ਉਹਦੇ ਵਿੱਚ ਵੀ ਯੂਨੀਵਰਸਿਟੀਜ਼ ਕੰਡੀਸ਼ਨਲ ਤੇ ਇੰਟੈਂਸਿਵ IELP ਜਿਹੜਾ ਮੈਂ ਪ੍ਰੋਗਰਾਮ ਦੱਸਿਆ ਸੀ, ਪਹਿਲਾਂ ਉਹ ਕਰਾਣਗੇ, ਫਿਰ ਅੱਗੇ ਜਾਓਗੇ ਤੁਸੀਂ। ਦੈਨ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ, ਉਹ ਨਿਊਯਾਰਕ 'ਚ ਹੀ ਹੈ, ਉੱਥੇ ਵੀ IELP ਇੰਟੈਂਸਿਵ ਇੰਗਲਿਸ਼ ਲੈਂਗੁਏਜ ਪ੍ਰੋਗਰਾਮ ਉਹ ਕਰਾਉਣਗੇ ਤੁਹਾਨੂੰ। ਫਿਰ ਯੂਨੀਵਰਸਿਟੀ ਆਫ ਨਿਊ ਓਰੀਲੈਂਡਸ ਹੈਗੀ ਹੈ, ਉਹਦੇ 'ਚ ਵੀ ਸੇਮ ਚੀਜ਼ IELP ਹੈ। ਯੂਨੀਵਰਸਿਟੀ ਆਫ ਆਰਕਨੈਸ ਉਹ ਹੈਗੀ ਹੈ। ਫਿਰ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਲੂਇਸ ਯੂਨੀਵਰਸਿਟੀ, ਨੈਸ਼ਨਲ ਲੂਇਸ ਯੂਨੀਵਰਸਿਟੀ ਹੈ, ਉਹਦੇ 'ਚ ਪ੍ਰੋਗਰਾਮ ਹੈ। ਦੈਨ ਨਾਰਥ ਅਲਬਾਮਾ ਯੂਨੀਵਰਸਿਟੀ ਹੈ ਜੀ। ਕਰੀਬ 200 ਦੀ ਯੂਨੀਵਰਸਿਟੀ, ਮੈਨੂੰ ਲੱਗਦਾ ਵੀ ਜੀ ਯੂਨੀਵਰਸਿਟੀ ਦੇ ਸਾਰਿਆਂ ਦੇ ਨਾਮ ਲਵਾਂਗੇ ਸਾਡਾ ਵਿੱਚੇ ਹੀ ਨਿਕਲ ਜਾਣਾ। ਤੁਸੀਂ ਕੋਈ ਵੀ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ, ਮਰਜ਼ੀ ਦੀ ਜਗ੍ਹਾ ਦੇ ਵਿੱਚ ਜਾਣਾ ਚਾਹੁੰਦੇ ਹੋ, ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈਗਾ USA ਜਾਣ ਨੂੰ ਲੈ ਕੇ, ਤੁਸੀਂ ਡਿਸਕਸ ਕਰ ਸਕਦੇ ਹੋ। ਜੇ ਸਾਡੇ ਸ਼ੋਅ ਦੇ ਵਿੱਚ ਤੁਸੀਂ ਆਪਣਾ ਸਵਾਲ ਡਿਸਕਸ ਕਰਦੇ ਹੋ ਤਾਂ ਫ੍ਰੀ ਦੀ ਕਾਉਂਸਲਿੰਗ ਜਿਹੜੀ ਹੈ ਸਾਡੇ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਕਮੈਂਟ ਸੈਕਸ਼ਨ ਵੀ ਤੁਹਾਡੇ ਵਾਸਤੇ ਆਲਵੇਜ਼ ਅਵੇਲੇਬਲ ਹੈ। ਆਪਾਂ ਹੁਣ ਆਪਣੇ ਦਰਸ਼ਕਾਂ ਨੂੰ ਇਹ ਦੱਸੀਏ ਵੀ ਤੁਹਾਨੂੰ ਡਾਕੂਮੈਂਟ ਕੀ ਚਾਹੀਦੇ ਨੇ। ਬਿਲਕੁਲ ਜੀ, ਬਿਲਕੁਲ। ਕਾਗਜ਼ਾਤ ਜ਼ਰੂਰ
ਜ਼ਰੂਰੀ ਕਿਹੜੇ ਨੇ ਤੇ ਪ੍ਰੋਸੈਸ ਕੀ ਹੈਗਾ USA ਅਪਲਾਈ ਕਰਨ ਦਾ? ਸਭ ਤੋਂ ਪਹਿਲਾਂ ਤੇ ਤੁਹਾਨੂੰ ਕੋਲ ਪਾਸਪੋਰਟ ਵੈਲਿਡ ਹੋਣਾ ਚਾਹੀਦਾ, ਜਿਹਦੀ ਘੱਟੋ ਘੱਟ ਵੈਲਿਡਿਟੀ 2 ਸਾਲ ਜ਼ਰੂਰ ਪੈਂਡਿੰਗ ਹੋਵੇ। ਠੀਕ ਹੈ, ਵੈਸੇ 6 ਮਹੀਨੇ ਵੀ ਠੀਕ ਹੈ, ਬਟ 2 ਸਾਲ ਪੈਂਡਿੰਗ ਹੋਏ ਤੇ ਬੈਟਰ ਹੈ। ਪਰ ਕੋਸ਼ਿਸ਼ ਕਰੋ ਜੇ ਤੁਸੀਂ USA ਜਾਣ ਹੀ ਲੱਗੇ ਹੋ ਤੇ ਆਪਣਾ 10 ਸਾਲ ਵਾਲਾ ਨਵਾਂ ਪਾਸਪੋਰਟ ਲਓ, ਕਿਆ ਪਤਾ ਤੁਹਾਨੂੰ ਲੰਬੇ ਟਾਈਮ ਦਾ ਵੀਜ਼ਾ ਵੀ ਮਿਲ ਜਾਏ ਜਾਂ ਉੱਥੇ ਜਾ ਕੇ ਤੁਹਾਨੂੰ ਪ੍ਰੋਬਲਮ ਨਾ ਆਵੇ। ਬਿਲਕੁਲ ਬਿਲਕੁਲ। ਦੈਨ USA ਮੁਤਾਬਕ 80% ਫੇਸ ਜਿਹਦੇ ਚ ਦੋਨੋਂ ਕੰਨ ਦਿਖਦੇ ਹੋਣ, ਅੱਖਾਂ ਦੇ ਉੱਤੇ ਐਨਕ ਨਾ ਲੱਗੀ ਹੋਵੇ, ਕਿਸੇ ਕਿਸਮ ਦਾ ਮੇਕਅਪ ਕੀਤੇ ਬਿਨਾ, ਫੋੜੇ ਫਿੰਸੀਆਂ ਵਰਗਾ ਮੇਰਾ ਵਰਗਾ ਮੂੰਹ ਹੋਵੇ ਤੇ ਉਦਾਂ ਦੀ ਹੀ ਫੋਟੋ ਖਿਚਾਉਣੀ ਹੈ। ਉਹ ਮਤਲਬ ਸਹੀ ਲੀਪਾ ਪੋਥੀ ਕਰਕੇ ਕਿਲੋ ਮੇਕਅਪ ਲਾ ਕੇ ਨਹੀਂ ਖਿਚਾਣੀ। ਖਾਸ ਕਰ ਕੁੜੀਆਂ ਇਸ ਗੱਲ ਦਾ ਧਿਆਨ ਰੱਖਣ। ਸਾਡੀਆਂ ਤੇ ਜਿਹੜੀਆਂ ਭੈਣਾਂ ਨੇ ਨਾ, ਇਹ ਮੇਕਅਪ ਬਹੁਤ ਲਾਉਂਦੀਆਂ ਨੇ, ਫਿਰ ਕਹਿੰਦੀਆਂ ਵੀ ਭਾਜੀ ਏਸੀ ਚਲਾ ਦੇ, ਚੋਕੇ ਖਤਮ ਹੋ ਜਾਣਾ, ਭੇਸ ਬਦਲਿਆ ਜਾਂਦਾ। ਮੈਨੂੰ ਲੱਗਦਾ ਗੱਲ ਲਾ ਕੇ ਕੀਤੀ ਜਾ ਰਹੀ ਹੈ। ਮੇਰੀ ਭੈਣ ਮੇਰੇ ਲਾਗੇ ਬੈਠੀ ਹੈ ਤੇ ਕੁਝ ਕਹਿਣਾ ਤੇ ਬਣਦਾ ਹੀ ਹੈ ਜੀ। ਤਾਂ ਫੋਕਸ ਉਹਦੇ ਤੇ ਚੱਲ ਰਿਹਾ ਹੁਣ ਮੇਰਾ। ਸੋ ਬਿਨਾ ਮੇਕਅਪ ਵਾਲੀ ਫੋਟੋ ਦੀ ਰਿਕੁਆਇਰਮੈਂਟ ਹੈ। 80% ਫੇਸ ਹੈ, ਦੋਨੋਂ ਕੰਨ ਦਿਖਣੇ ਚਾਹੀਦੇ ਆ, ਐਨਕ ਨਹੀਂ ਹੋਣੀ ਚਾਹੀਦੀ, ਮੇਕਅਪ ਨਹੀਂ ਹੋਣਾ ਚਾਹੀਦਾ। ਨੈਚੁਰਲ ਫੋਟੋਗ੍ਰਾਫ 80% ਫੇਸ ਦਾ ਮਤਲਬ ਮੈਕਸਿਮਮ ਫੇਸ ਆਵੇ। ਤੇ ਬਲੂ ਜਾਂ ਵਾਈਟ ਬੈਕਗ੍ਰਾਉਂਡ ਹੈ, ਡਿਪੈਂਡ ਕਰਦਾ ਇੰਸਟਰਕਸ਼ਨ ਆਪਣੇ ਜਿਹੜੇ ਵੀ ਜਿੱਥੇ ਚੱਲੇ ਉੱਥੇ ਤੁਸੀਂ ਧਿਆਨ ਨਾਲ ਪੜ ਲੈਣਾ। ਬਲੂ ਬੈਕਗ੍ਰਾਉਂਡ ਜਾਂ ਵਾਈਟ ਬੈਕਗ੍ਰਾਉਂਡ ਨਾਲ ਜਾਂ ਬਲੈਕ ਨਹੀਂ ਹੈ ਜੀ, ਬਲੂ ਜਾਂ ਵਾਈਟ ਹੈ ਜੀ, ਉਹ ਚੈੱਕ ਕਰ ਲੈਣ। ਫਿਰ ਉਸ ਤੋਂ ਬਾਅਦ DS 160 ਫਾਰਮ ਹੁੰਦਾ, ਜਿਹਨੂੰ ਆਪਾਂ ਕਹਿੰਦੇ ਆ ਵਿਚ ਅਲਾਉਜ਼ ਯੂ ਟੂ ਟਰੈਵਲ ਟੂ USA ਟੈਂਪਰੇਰੀਲੀ। ਟੈਂਪਰੇਰੀ ਵੀਜ਼ੇ ਲਈ DS 160 ਫਾਰਮ ਹੈ। ਆਨਲਾਈਨ ਨਾਨ ਇਮੀਗ੍ਰੇਸ਼ਨ ਵੀਜ਼ਾ ਐਪਲੀਕੇਸ਼ਨ ਵੀ ਇਹਦਾ ਨਾਂ ਹੈ ਜਦੋਂ ਤੁਸੀਂ ਆਨਲਾਈਨ ਸਰਚ ਕਰਦੇ ਹੋ। ਤੇ ਕਨਫਰਮੇਸ਼ਨ ਨੰਬਰ ਹੈ ਸਟੇਟ ਦਾ, ਬਾਰਕੋਡ ਇਹਦੇ ਤੇ ਤੁਹਾਨੂੰ ਮਿਲਣਗੇ ਤੇ ਉਹਨੂੰ ਯੂਜ਼ ਕਰਕੇ ਤੁਸੀਂ ਫਿਰ ਆਪਣੀ ਇੰਟਰਵਿਊ ਬੁੱਕ ਕਰਦੇ ਹੋ, ਜਿਹੜੀ ਅੱਜ ਕੱਲ ਸਕਾਈਪ ਜਾਂ ਇਹੋ ਜਿਹੇ ਸੋਸ਼ਲ ਮੀਡੀਆ ਤੇ ਹੁੰਦੀ ਹੈ ਜੀ। ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ। ਮੈਂ ਇੱਕ ਬੜੀ ਇੰਪੋਰਟੈਂਟ ਗੱਲ ਇੱਥੇ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਜੋ ਵੀ ਸੋਸ਼ਲ ਮੀਡੀਆ ਤੇ ਹਰਕਤ ਕਰਦੇ ਹੋ, ਚਾਹੇ ਉਹ ਸਨੈਪਚੈਟ ਤੇ ਕਰੋ, ਫੇਸਬੁੱਕ ਤੇ ਕਰੋ, ਜਿੰਨੇ ਸੋਸ਼ਲ ਮੀਡੀਆ ਹੈਂਡਲ ਹੈ, ਜਦੋਂ ਤੁਸੀਂ ਕਿਸੇ ਚੰਗੇ ਕੰਟਰੀ ਜਾਂਦੇ ਹੋ ਤੇ ਤੁਹਾਡਾ ਸੋਸ਼ਲ ਮੀਡੀਆ ਵੀ ਵੈਰੀਫਾਈ ਕੀਤਾ ਜਾਂਦਾ ਹੈ ਵੀ ਤੁਸੀਂ ਉਹਦੇ ਤੇ ਤੁਹਾਡੇ ਬਾਰੇ ਕਮੈਂਟ ਕੀ ਲੋਕ ਦੇ ਰਹੇ ਨੇ, ਤੁਸੀਂ ਉਹਦੇ ਤੇ ਕਿਹੋ ਜਿਹੀਆਂ ਐਕਟੀਵਿਟੀਜ਼ ਕਰਦੇ ਹੋ, ਤੇ ਤੁਹਾਡੇ ਪ੍ਰੋਫਾਈਲ ਨਾਲ ਉਹਨਾਂ ਚੀਜ਼ਾਂ ਨੂੰ ਮੈਚ ਕੀਤਾ ਜਾਂਦਾ ਹੈ। ਤੇ ਜੇ ਕਿਤੇ ਤੁਸੀਂ ਗਲਤੀ ਨਾਲ ਝੂਠ ਬੋਲ ਦੋ, ਤੁਸੀਂ ਕਹੋ ਵੀ ਪਿਛਲੇ 2 ਸਾਲ ਚ ਮੈਂ ਤੇ ਫਲਾਣੇ ਮਤਲਬ ਅੰਮ੍ਰਿਤਸਰ ਤੇ ਰਹਿਣ ਵਾਲੇ ਤਾਂ ਕਹਿੰਦੇ ਮੈਂ ਚੰਡੀਗੜ੍ਹ ਪੜ੍ਹਦਾ ਪਿਆ ਸੀ, ਤੇ ਫੋਟੋਆਂ ਤੁਸੀਂ ਅੰਮ੍ਰਿਤਸਰ ਦੀਆਂ ਪਾਈਆਂ ਹੋਣ ਤੇ ਫੜੇ ਜਾਓਗੇ। ਠੀਕ ਹੈ, ਪਤਾ ਲੱਗ ਜਾਏਗਾ ਉਹਨਾਂ ਨੂੰ ਕਿ ਫਰਜੀ। ਬਿਲਕੁਲ ਅਸਲੀਅਤ ਤੇ ਚੱਲੋ। ਜੇ ਤੁਸੀਂ ਕਿਸੇ ਲੀਡਿੰਗ ਕੰਟਰੀ ਜਾਣਾ ਚਾਹੁੰਦੇ ਹੋ, ਅਸਲੀਅਤ ਤੇ ਚੱਲੋ ਔਰ ਜੈਨੂਇਨ ਸਰਟੀਫਿਕੇਟ ਲਾਓ। ਕਿਸੇ ਏਜੰਟ ਦੇ ਮਗਰ ਲੱਗ ਕੇ ਗਲਤ ਸਰਟੀਫਿਕੇਟ, ਗਲਤ ਬੈਂਕ ਸਟੇਟਮੈਂਟ ਨਾ ਲਾਣਾ, ਇਹ ਵੱਡੇ ਕੰਟਰੀ FIR ਕਰਾ ਦਿੰਦੇ ਜੇ ਜੀ। ਠੀਕ ਹੈ, ਸੋ ਮੈਂ ਅੱਗੇ ਖਾਸ ਜਾਣਕਾਰੀ ਜ਼ਰੀਏ, ਕਿਉਂਕਿ ਸਮਾਂ ਸਾਡੇ ਕੋਲ ਬਹੁਤ ਘੱਟ। ਕੋਈ ਗੱਲ ਨਹੀਂ। ਇੱਕ I-20 ਫਾਰਮ ਹੁੰਦਾ ਹੈ। I-20 ਇਜ਼ ਅ ਸਟੂਡੈਂਟ ਇਨਫੋਰਮੇਸ਼ਨ ਫਾਰਮ, ਜਿਹਨੂੰ ਤੁਸੀਂ ਭਰਦੇ ਹੋ, ਜਿਹਦੇ ਚ ਸਟੇਟ ਆਫ ਐਕੈਡਮਿਕ ਐਂਡ ਲੈਂਗੁਏਜ ਆਫ ਸਟੂਡੈਂਟਸ ਹੁੰਦਾ ਹੈ। ਠੀਕ ਹੈ ਜੀ। ਔਰ ਐਲੀਜੀਬਿਲਟੀ ਆਫ ਨਾਨ ਇਮੀਗ੍ਰੈਂਟ F1 ਫਾਰਮ ਨਾਲ ਭਰਿਆ ਜਾਂਦਾ ਹੈ। ਤੇ ਡਾਕੂਮੈਂਟ ਜਿਹੜਾ ਇਸ਼ੂ ਹੁੰਦਾ ਹੈ ਉਹਨੂੰ ਕਹਿੰਦੇ SEVP, ਸਰਟੀਫਾਈਡ ਸਕੂਲਸ। ਇਹਦੇ ਤੇ ਆਉਂਦੇ ਨੇ ਸਪੋਰਟਿੰਗ ਇਨਫੋਰਮੇਸ਼ਨ ਹੁੰਦੀ ਹੈ। ਜਿਹੜਾ SPEV ਦੀ ਫੁੱਲ ਫਾਰਮ ਮੈਂ ਤੁਹਾਨੂੰ ਦੱਸਣ ਲੱਗਾ। ਇੱਕ ਮਿੰਟ ਅੱਗੇ ਦੱਸਦਾ ਫਿਰ ਮੈਂ। ਉਹਨੂੰ ਕਹਿੰਦੇ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਸਿਸਟਮ, SEVIS, ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਫਾਰਮ, ਜਿਹਦੀ ਫੀਸ ਲਗਭਗ $350 ਹੈ ਇਸ ਵੇਲੇ। ਤੇ ਤੁਸੀਂ ਜਿਹੜੀ ਵੀਜ਼ਾ ਫੀਸ ਹੈ ਜਾਂ ਜਿਹੜੀ ਹੈ ਜਿਹਨੂੰ ਫੀਸ ਕਹਿੰਦੇ $350 ਇਨ ਐਡਵਾਂਸ ਥਰੂ ਕ੍ਰੈਡਿਟ ਕਾਰਡ ਪੇ ਕਰਨੀ ਹੈ। ਸੋ ਤੁਹਾਨੂੰ ਆਪਣਾ ਕ੍ਰੈਡਿਟ ਕਾਰਡ ਬਣਵਾਉਣਾ ਵੀ ਜ਼ਰੂਰੀ ਹੈ, ਆਪਣਾ ਜਾਂ ਆਪਣੇ ਪਾਪਾ ਦਾ, ਮੰਮੀ ਦਾ, ਭੈਣ ਦਾ, ਭਰਾ ਦਾ। ਕੋਸ਼ਿਸ਼ ਕਰੋ ਆਪਣੀ ਫੈਮਿਲੀ ਚ ਉਸ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰੋ। ਤੇ 15 ਦਿਨ ਜਿਹੜਾ ਰਿਸੀਵਟ ਤੋਂ ਬਾਅਦ 15 ਦਿਨ ਦੇ ਅੰਦਰ ਤੁਸੀਂ ਪਹੁੰਚਣਾ ਹੈ ਤੇ ਉਹਦੀ ਕਰਨੀ ਹੈ। ਫਿਰ ਲੈਟਰ ਆਫ ਐਡਮਿਸ਼ਨ ਹੈ, ਕਨਫਰਮੇਸ਼ਨ ਫਰੋਮ ਦੀ ਰਿਸਪੈਕਟਿਵ ਯੂਨੀਵਰਸਿਟੀ ਆਫ USA, ਤੇ ਪ੍ਰੂਫ ਆਫ ਮੋਨੀਟਰੀ ਫੰਡਸ, ਤੁਹਾਡੇ ਕੋਲ ਪੈਸੇ ਕਿੰਨੇ ਨੇ, ਜੋ ਤੁਹਾਡੀ ਫੀਸ ਹੋਵੇ ਉਸ ਕੋਰਸ ਦੀ ਕੰਪਲੀਟ ਫੀਸ, ਉਹਦੇ ਨਾਲੋਂ ਕੋਈ ਲਗਭਗ 10 ਲੱਖ ਰੁਪਇਆ 5 ਲੱਖ ਰੁਪਇਆ ਫालतू ਅਕਾਊਂਟ 'ਚ ਸ਼ੋ ਕਰੋਗੇ ਤੇ ਤੁਹਾਡਾ ਵੀਜ਼ੇ ਦੇ ਚਾਂਸਸ ਵੱਧਦੇ ਆ। ਮੀਨਸ ਤੁਹਾਡੇ ਕੋਲ ਸਫੀਸ਼ੀਐਂਟ ਫੰਡ ਹੈ। ਬਿਲਕੁਲ, ਉਹਨਾਂ ਨੂੰ ਵੀ ਇਹ ਹੋ ਜਾਊਗਾ ਕਿ ਤੁਸੀਂ ਸਰਵਾਈਵ ਈਜ਼ੀਲੀ ਕਰ ਸਕਦੇ ਹੋ, ਤੁਹਾਡੀ ਪਾਕਟ ਜਿਹੜੀ ਆ ਅਮਰੀਕਾ ਖਾਸ ਕਰਕੇ ਅਦਰਵਾਈਜ਼ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ, ਇਹ ਤੁਹਾਡੀ ਅਕੋਮੋਡੇਸ਼ਨ ਨੂੰ ਲੈ ਕੇ ਬਹੁਤ ਚਿੰਤਿਤ ਹੁੰਦੇ ਨੇ ਕਿ ਤੁਸੀਂ ਅਮਰੀਕਾ ਉਤਰਨ ਤੋਂ ਬਾਅਦ ਰਾਤ ਕਿੱਥੇ ਕੱਟਣੀ ਹੈ। ਸੋ ਜੇ ਤੁਹਾਡਾ 에ਅਰਪੋਰਟ ਤੋਂ ਕਾਲਜ ਦੂਰ ਹੈ ਤੇ ਤੁਹਾਡਾ 에ਅਰਪੋਰਟ ਦੇ ਕੋਲ ਹੀ ਜਿਹੜੀ ਜਾਂ ਤੇ ਤੁਹਾਡੀ ਉੱਥੇ ਨਾਈਟ ਟ੍ਰੇਨ ਦੀ ਬੁਕਿੰਗ ਹੋਵੇ ਜਾਣ ਵਾਸਤੇ, ਜਾਂ ਉਹਦੀ ਫਲਾਈਟ ਦੀ ਬੁਕਿੰਗ ਹੋਵੇ, ਜਾਂ ਫਿਰ ਰਾਤ ਰਹਿਣ ਦਾ ਇੰਤਜ਼ਾਮ, ਉਸ ਤੋਂ ਬਾਅਦ ਕਾਲਜ ਯੂਨੀਵਰਸਿਟੀ ਜਿੱਥੇ ਤੁਹਾਡਾ ਸਟੇ, ਫੂਡ, ਮੈਡੀਕਲ, ਇਹ ਇੰਤਜ਼ਾਮ ਹੋਵੇ, ਤੇ ਤਾਂ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਵਧਣਗੇ। ਦੈਨ ਤੁਹਾਡਾ ਪ੍ਰੋਫਾਈਲ ਜਾਂ ਤੁਹਾਡਾ ਕਰਿਕੂਲਮ ਵਾਈਟੇ ਜਾਂ ਬਾਇਓਡਾਟਾ ਜਾਂ ਰਿਜ਼ਿਊਮ ਜਿਹਨੂੰ ਤੁਸੀਂ ਕਹਿੰਦੇ ਹੋ,
ਉਹ ਪ੍ਰੋਪਰ ਹੋਣਾ ਚਾਹੀਦਾ ਈਅਰ ਬਾਈ ਈਅਰ। ਪੈਦਾ ਇਦਨ ਹੋਏ 10ਵੀਂ ਇਦਨ ਕੀਤੀ 11ਵੀਂ। ਅੱਛਾ, ਇਹ ਸਾਰੀਆਂ ਗੱਲਾਂ ਇੱਕ ਸਾਈਡ ਤੇ ਛੱਡ ਦਈਏ, ਸਮਾਂ ਬਹੁਤ ਘੱਟ ਹੈ। ਇੱਕ ਸਵਾਲ ਜਿਹੜਾ ਛੋਟਾ ਜਿਹਾ ਹੋਰ ਨਾਲ ਪੁੱਛਣਾ ਚਾਹੂੰਗੀ ਕਿ ਵਿਦਿਆਰਥੀ ਜਿਹੜੇ ਨੇ ਅੱਜ ਕੱਲ, ਜਿਵੇਂ ਮੁੰਡਿਆਂ ਦਾ ਆਪਾਂ ਖਾਸ ਤੌਰ ਤੇ ਗੱਲ ਕਰੀ ਤਾਂ ਥੋੜਾ ਬਹੁਤ ਲੜਾਈ ਝਗੜਾ ਜਿਹੜਾ ਹੋ ਜਾਂਦਾ ਤੇ ਕਿਤੇ ਨਾ ਕਿਤੇ ਛੋਟਾ ਮੋਟਾ ਨਾਮ ਜਿਹੜਾ ਹੈ ਕਿਤੇ ਨਾ ਕਿਤੇ FIR ਦਰਜ ਹੋ ਜਾਂਦੀ ਹੈ, ਨਾਮ ਆ ਜਾਂਦਾ ਹੈ। ਸੋ ਉਹ ਵਿਦਿਆਰਥੀ ਕੀ US ਤੇ ਜਾ ਕੇ ਪੜ੍ਹਾਈ ਕਰ ਸਕਦਾ? ਦੇਖੋ ਜੀ, ਜਦ ਤੱਕ ਤੁਹਾਡੇ ਤੇ ਕ੍ਰਿਮੀਨਲ ਕੇਸ ਪੈਂਡਿੰਗ ਹੈ, ਫੌਜਦਾਰੀ ਮੁਕੱਦਮਾ ਤੁਹਾਡੇ ਤੇ ਪੈਂਡਿੰਗ ਹੈ, ਬਾਹਰ ਸੁਪਨਾ ਹੈ, ਨਹੀਂ ਜਾ ਸਕਦੇ। ਜੇ ਤੁਸੀਂ ਝੂਠ ਬੋਲ ਕੇ ਚਲੇ ਗਏ ਤੇ ਜੇ ਤੁਸੀਂ ਬਾਅਦ ਚੋਂ ਤੁਹਾਡੇ ਤੇ ਕਾਰਵਾਈ ਹੋ ਗਈ, ਫੜੇ ਗਏ, ਤੇ ਤੁਸੀਂ ਉੱਥੋਂ ਵਾਪਸ ਆਓਗੇ। ਸੋ ਜੇ ਤੁਹਾਡਾ ਕਰੈਕਟਰ ਕਲੀਨ ਹੋਣਾ ਚਾਹੀਦਾ ਹੈ, ਤੁਹਾਡੇ ਖਿਲਾਫ ਕੋਈ ਪੁਲਿਸ ਮੁਕੱਦਮਾ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਤੁਸੀਂ ਫਸੋਗੇ। ਸੈਕੰਡ, ਅਕੈਡਮਿਕ ਟ੍ਰਾਂਸਕ੍ਰਿਪਸ਼ਨਸ ਜ਼ਰੂਰੀ ਨੇ, ਜਿਹੜੇ ਵੀ ਤੁਹਾਡੇ ਸਰਟੀਫਿਕੇਟ ਨੇ ਉਹ ਪ੍ਰੋਪਰ ਇੰਗਲਿਸ਼ ਲੈਂਗੁਏਜ, ਜਿਵੇਂ ਆਪਾਂ ਕੈਨੇਡਾ ਜਾਣ ਲਈ ਵੈਸ ਕਰਾਉਂਦੇ ਆ, ਇਸ ਤਰ੍ਹਾਂ ਉਹਦੀ ਟ੍ਰਾਂਸਕ੍ਰਿਪਸ਼ਨ ਕਰਾਉਣੀ ਜ਼ਰੂਰੀ ਹੈ। ਹੈਲਥ ਕਵਰ ਤੁਹਾਡੇ ਕੋਲ ਮਸਟ ਹੈ, ਬਿਨਾ ਮੈਡੀਕਲ ਇੰਸ਼ੋਰੈਂਸ ਲਿਆ ਤੁਸੀਂ ਫੋਰਨ ਬਿਲਕੁਲ ਨਹੀਂ ਜਾਣਾ। ਯੂਰ ਯੂਨੀਵਰਸਿਟੀ ਵਿਲ ਇਨਫੋਰਮ ਅਬਾਊਟ ਦਾ ਐਡੀਸ਼ਨਲ ਰਿਕੁਆਇਰਮੈਂਟ ਇਫ ਐਨੀ। ਜੇ ਕੋਈ ਯੂਨੀਵਰਸਿਟੀ ਦੀਆਂ ਜਾਂ ਵੀਜ਼ਾ ਡਿਪਾਰਟਮੈਂਟ ਦੀਆਂ ਕੋਈ ਐਡੀਸ਼ਨਲ ਰਿਕੁਆਇਰਮੈਂਟਸ ਨੇ ਤੇ ਉਹਦੇ ਬਾਰੇ ਪੂਰਾ ਜ਼ਿਕਰ ਕਰਨਾ ਚਾਹਣਾ। ਇਸ ਤੋਂ ਇਲਾਵਾ ਅੰਡਰਟੇਕਿੰਗ ਹੈ। ਇੱਕ ਮੈਂ ਤੁਹਾਨੂੰ ਅੱਜ ਆਪਣਾ ਐਕਸਪੀਰੀਅੰਸ ਦੱਸਦਾ। ਜਦੋਂ ਮੈਂ US ਦਾ ਵੀਜ਼ਾ ਲਵਾਉਣਾ ਸੀ ਤਾਂ I-20 ਫਾਰਮ ਵਗੈਰਾ ਤੋਂ ਬਾਅਦ ਅਸੀਂ ਫਾਰਮ ਭਰਿਆ ਤੇ ਉੱਥੇ ਇੱਕ ਕੋਲਮ ਨੰਬਰ 16 ਸੀ ਸਾਡੇ ਟਾਈਮ ਤੇ, ਪਤਲਾ ਜਿਹਾ ਨਿੱਕਾ ਜਿਹਾ ਫਾਰਮ ਹੁੰਦਾ ਸੀ। ਉੱਥੇ ਲਿਖਿਆ ਸੀ, ਡੂ ਯੂ ਇੰਟੈਂਡ ਟੂ ਵਿਜ਼ਿਟ USA ਅਗੇਨ? ਕਿਆ ਤੁਸੀਂ ਅਮਰੀਕਾ ਦੁਬਾਰਾ ਜਾਣਾ ਚਾਹੋਗੇ? ਮੈਂ ਉੱਥੇ ਯੈਸ ਲਿਖਤਾ ਸੀ ਤੇ ਮੇਰੇ ਬਾਕੀ ਦੋਸਤ ਕਹਿੰਦੇ ਕਾਕਾ ਤੈਨੂੰ ਵੀਜ਼ਾ ਨਹੀਂ ਮਿਲਣਾ ਕਿਉਂਕਿ ਤੂੰ ਯੈਸ ਲਿਖਤਾ, ਤੇ ਉਹਨਾਂ ਨੇ ਉੱਥੇ ਨੋ ਲਿਖਿਆ ਸੀ। ਤੇ ਰੱਬ ਦੀ ਕਰਨੀ ਇਹੋ ਜਿਹੀ ਕਿ ਮੈਨੂੰ ਵੀਜ਼ਾ ਮਿਲ ਗਿਆ, ਉਹਨਾਂ ਨੂੰ ਵੀਜ਼ਾ ਹੀ ਨਹੀਂ ਮਿਲਿਆ। ਮੈਨੂੰ ਵੀਜ਼ਾ ਅਫਸਰ ਕਹਿੰਦਾ ਕਿ ਤੁਸੀਂ ਇੱਥੇ ਯੈਸ ਲਿਖਿਆ, ਕੀ ਮਤਲਬ ਹੈ ਤੁਹਾਡਾ ਕਿ ਤੁਸੀਂ ਇੱਥੇ ਯੈਸ ਲਿਖਿਆ, ਤੁਸੀਂ ਦੁਬਾਰਾ ਅਮਰੀਕਾ ਜਾਣਾ ਚਾਹੋਗੇ? ਮੈਂ ਕਿਹਾ ਸਰ ਇਹਦਾ ਮਤਲਬ ਮੈਂ ਇੰਡੀਆ ਵਾਪਸ ਜ਼ਰੂਰ ਆਉਂਗਾ, ਤਾਂ ਹੀ ਵਾਪਸ ਜਾਊਂਗਾ ਨਾ। ਬਿਲਕੁਲ। ਤੇ ਜਿਨ੍ਹਾਂ ਨੇ ਪਹਿਲਾਂ ਹੀ ਨੋ ਲਿਖਤਾ ਸੀ, ਇਹਦਾ ਮਤਲਬ ਉਹਨਾਂ ਦੀ ਨੀਤ ਉੱਥੋਂ ਝਾਕ ਜਾਂਦੀ ਹੈ ਕਿ ਤੁਸੀਂ ਉੱਥੇ ਅਮਰੀਕਾ ਤੋਂ ਵਾਪਸ ਹੀ ਨਹੀਂ ਆਉਣਾ। ਸੋ ਅਮਰੀਕਾ ਇਸ ਚੀਜ਼ਾਂ ਦਾ ਵੀ ਧਿਆਨ ਰੱਖਦਾ ਹੈ ਕਿ ਤੁਸੀਂ ਫਾਰਮ ਤੇ ਕੀ ਲਿਖਿਆ, ਤੁਹਾਡੀ ਇੰਟੈਂਸ਼ਨ ਕੀ ਹੈ। ਸਾਈਕੋਲੋਜੀਕਲ ਇੰਟਰਵਿਊਜ਼ ਵੀ ਹੁੰਦੀਆਂ, ਤੁਹਾਡਾ ਮਨ ਪੜਿਆ ਜਾਂਦਾ ਹੈ। ਸੋ ਨੀਅਤ ਸਾਫ਼ ਰੱਖ ਕੇ ਇੰਟਰਵਿਊ ਦਿਓਗੇ, ਨੀਅਤ ਸਾਫ਼ ਰੱਖ ਕੇ ਉਹ ਤੁਹਾਡੇ ਨਾਲ ਅੱਖਾਂ ਚ ਅੱਖਾਂ ਪਾਉਂਦੇ ਨੇ, ਬਿਲਕੁਲ ਐਨ ਆਈ ਕੰਟੈਕਟ ਬਣਾ ਕੇ, ਤਾਂ ਬਿਲਕੁਲ ਐ ਪ੍ਰੋਪਰ ਫੋਕਸ ਕਰਕੇ ਫਿਰ ਪੁੱਛਦੇ ਆ ਤੁਹਾਨੂੰ, ਹਾਂ ਵੀ ਦੱਸ ਕਿੱਧਰ ਜਾਣਾ ਹੈ। ਸੋ ਬੀ ਵੈਰੀ ਪਾਰਟਿਕੂਲਰ, ਬੀ ਵੈਰੀ ਕਲੀਅਰ। ਕਿਸੇ ਵੇਲੇ ਉਹ ਮੈਡੀਕਲ ਰਿਲੇਟਡ ਸਵਾਲ ਵੀ ਤੁਹਾਨੂੰ ਪੁੱਛਦੇ ਨੇ, ਬਹੁਤ ਕੁਝ ਸਵਾਲ ਪੁੱਛਦੇ ਨੇ, ਤੇ ਉਹ ਤੁਹਾਡਾ ਸਿਰਫ ਸਾਈਕੋਲੋਜੀ ਜਾਣਨਾ ਚਾਹੁੰਦੇ ਆ ਕਿ ਤੁਹਾਡੀ ਸੋਚ ਕਿੱਥੇ ਜਾਂਦੀ ਹੈ। ਤੇ ਇਮਾਨਦਾਰ ਰਹੋ, ਕਲੀਅਰ ਰਹੋ, ਸੱਚ ਬੋਲੋ, ਨੀਅਤ ਸਾਫ਼ ਰੱਖੋ, ਤੇ ਤੁਹਾਨੂੰ ਕੋਈ ਵੀ ਕੰਟਰੀ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ ਜੇ ਤੁਹਾਡੇ ਕ੍ਰੈਡੈਂਸ਼ੀਅਲ, ਤੁਹਾਡੇ ਡਾਕੂਮੈਂਟ ਚੰਗੇ ਨੇ। ਹਦਾਇਤਾਂ ਜੇ ਤੁਸੀਂ ਉਹਨਾਂ ਦੀ ਸਾਰਿਆਂ ਦੀ ਪਾਲਣਾ ਕਰਦੇ ਹੋ ਤੇ ਸੱਚੇ ਜਿਹੜੇ ਸਹੀ ਡਾਕੂਮੈਂਟ ਹੈ ਉਹ ਨਾਲ ਲਾਉਣੇ ਹੋ, ਤਾਂ ਕੋਈ ਵੀ ਮੁਲਕ ਹੈ ਜਿਹੜਾ ਤੁਹਾਨੂੰ ਵੀਜ਼ਾ ਜਿਹੜਾ ਗ੍ਰਾਂਟ ਜ਼ਰੂਰ ਕਰੂਗਾ। ਬਾਕੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ, ਹੁਣ ਸਮਾਂ ਜਿਹੜਾ ਹੈ ਸਾਨੂੰ ਇਜਾਜ਼ਤ ਦਾ ਲੈਣਾ। ਅਗਲੇ ਪ੍ਰੋਗਰਾਮ 'ਚ ਆਪਾਂ ਹੋਰ ਡਿਟੇਲ ਕਰਾਂਗੇ। ਸੋ ਅਗਲੇ ਜਿਹੜਾ ਸਾਡਾ ਸ਼ੋਅ ਹੋਊਗਾ ਉਹਦੇ ਵਿੱਚ ਹੋਰ ਡਿਟੇਲ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ, ਵੱਖ-ਵੱਖ ਮੁੱਦੇ ਹੋਰ ਨੇ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਸੋ ਵੇਲਾ ਜਾਣਦਾ ਹੋ ਗਿਆ ਜੀ, ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ। ਜੇ ਸਾਡੇ ਦਰਸ਼ਕਾਂ ਕੋਲ ਕੋਈ ਸਵਾਲ ਹੋਵੇ ਤੇ ਸਾਡੇ ਫੋਨ ਨੰਬਰ ਦਿੱਤੇ ਹੋਏ ਨੇ, ਸਾਨੂੰ ਫੋਨ ਕਰ ਲੈਣ, WhatsApp ਤੇ ਮੈਸੇਜ ਕਰ ਦੇਣ, ਜਾਂ ਸਾਡੇ ਕਮੈਂਟ ਬਾਕਸ 'ਚ ਲਿਖਣ, ਅਸੀਂ ਰਿਵਰਟ ਜ਼ਰੂਰ ਕਰਾਂਗੇ। ਬਿਲਕੁਲ। ਸੋ ਤੁਹਾਡਾ ਇੱਕ ਜਿਹੜਾ ਕਮੈਂਟ ਹੈ ਉਹਨੂੰ ਜ਼ਰੂਰ ਪੜਿਆ ਜਾਊਗਾ ਤੇ ਸਾਨੂੰ ਲਾਈਕ ਤੇ ਸਬਸਕ੍ਰਾਈਬ ਵੀ ਕਰ ਸਕਣ ਤੇ ਬੜੀ ਚੰਗੀ ਗੱਲ ਹੈ। ਹਾਂਜੀ, ਬਾਕੀ ਜੇਕਰ ਤੁਸੀਂ ਕੋਈ ਟੌਪਿਕ ਆਪਣਾ ਚਾਹੁੰਦੇ ਹੋ, ਤੁਹਾਡੇ ਕਿਸੇ ਟੌਪਿਕ ਦੇ ਉੱਤੇ ਅਸੀਂ ਚਰਚਾ ਕਰੀਏ, ਤਾਂ ਤੁਸੀਂ ਉਹ ਵੀ ਕਮੈਂਟ ਸੈਕਸ਼ਨ ਤੇ ਦੱਸ ਸਕਦੇ ਹੋ, ਜਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੇ ਜਿਹੜੇ ਸਵਾਲ ਨੇ ਕਿ ਇਸ ਟੌਪਿਕ ਤੇ ਤੁਸੀਂ ਚਰਚਾ ਕਰੋ, ਅਸੀਂ ਉਹ ਵੀ ਜ਼ਰੂਰ ਕਰਾਂਗੇ। ਤੇ ਤੁਸੀਂ ਰੱਖੋ ਆਪਣਾ ਧਿਆਨ ਤੇ ਸਾਡੇ ਨਾਲ ਹਮੇਸ਼ਾ ਜੁੜੇ ਰਿਹਾ ਕਰੋ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ। ਥੈਂਕ ਯੂ ਸੋ ਮਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।